ਪੰਜਾਬ ਦੀ ਜਿਹੜੀ ਤਾਂਘ ਹੈ ਵੀ ਉਹ ਤਬਦੀਲੀ ਤੇ ਬਦਲ ਮੰਗਦਾ ਤੇ ਕਿੰਨੇ ਚਿਰ ਤੋਂ ਇਹ ਗੱਲ ਆ ਰਹੀ ਹੈ ਵੀ ਬਦਲ ਹੋਵੇ ਬਦਲ ਹੋਵੇ। ਕਿਉਂ ਨਹੀਂ ਬਣ ਪਾਉਂਦਾ ਬਦਲ? ਕਿਸਾਨ ਮੋਰਚੇ ਚੋਂ ਗੱਲ ਉੱਠੀ ਸੀ। ਇਹ ਜਿਹੜਾ ਸੰਘਰਸ਼ ਸੀ ਨਾ ਕਿਸਾਨ ਸੰਘਰਸ਼, ਇਹ ਟੋਟਲ ਇੱਕ ਮੋਨੋਪਲੀ ਜਿਹੜੀਆਂ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਆਪਦੀ ਇਹ ਤੇ ਮੋਨੋਪਲੀ ਇਜਾਰੇਦਾਰੀ ਕਾਇਮ ਰੱਖੀ। ਤੇ ਇੱਥੇ ਸਭ ਤੋਂ ਵੱਡਾ ਦੁਖਾਂਤ ਇਹ ਵਾਪਰਿਆ ਵੀ ਜਿਹੜਾ ਮੇਨ ਬੰਦਾ ਇਹ ਹੁਣ ਨਾਂ ਲੈਣਾ ਪੈ ਰਿਹਾ ਰਾਜੇਵਾਲ, ਬਲਬੀਰ ਸਿੰਘ ਰਾਜੂ, ਜਿਹੜਾ ਥਾਰੋਲੀ ਕਰਪਟ, ਥਾਰੋਲੀ ਡਿਸਹੋਨੈਸਟ। ਰਾਜੇਵਾਲ ਤੇ ਤੁਸੀਂ ਇੰਨਾ ਗੰਭੀਰ ਇਲਜ਼ਾਮ ਲਾਇਆ, ਕੋਈ ਸਬੂਤ ਹੈ ਇਸ ਗੱਲ ਦਾ? ਤੁਸੀਂ ਐਡੇ ਕਰਪਟ ਕਿਹਾ ਤੁਸੀਂ, ਮਤਲਬ ਤੂੰ ਕਿੱਡੇ ਵੱਡੇ ਉਭਾਰ ਨੂੰ ਉਹਨੇ ਕੀ ਕੀਤਾ ਯਾਰ। ਇੱਕ ਓਨੈਸਟੀ ਚਾਹੀਦੀ। ਮੇਰੇ ਕੋਲ ਸਬੂਤ ਹੈਗੇ, ਹੁਣ ਸਬੂਤ ਪੇਸ਼ ਨਹੀਂ ਨਾ ਹੋ ਸਕਦੇ ਹੋ। ਬਿਲਕੁਲ ਆਪਦੇ ਬਿਲਕੁਲ ਨਾਲ ਦੇ ਬੰਦਿਆਂ ਨੂੰ ਵੀ ਯਾਰ ਨੇਰੇ 'ਚ ਰੱਖ। ਐਡੀ ਵੱਡੀ ਜੱਦੋਜਹਿਦ ਹੋਈ ਹੋਵੇ ਨਾ, 750 ਬੰਦਾ ਸ਼ਹੀਦ ਵੀ ਹੋ ਗਿਆ ਤੇ ਉਹਦੇ ਵਿੱਚੋਂ ਤੁਸੀਂ ਇਸ ਇੰਨੀ ਤਰਸਯੋਗ ਹਾਲਤ ਹੋ ਜੇ ਵੀ ਕੋਈ ਫਰਕ ਹੀ ਨਹੀਂ ਪੈ ਰਿਹਾ। ਜਿਵੇਂ ਡਾਕਟਰ ਸੁਭਾਇਮਾਨ ਹੈ, ਟੋਟਲੀ ਰਾਹ ਬੰਦਾ, ਉਹਦੇ ਤਾਂ ਅਜੇ ਬਹੁਤ ਕੁਝ ਸਿੱਖਣ ਨੂੰ, ਪਰ ਉਹ ਸਿਖਾਉਣ ਤੁਰ ਪਿਆ। ਚੋਣਾਂ ਤੁਸੀਂ ਤਾਂ ਬਹੁਤ ਦੇਖੀਆਂ ਨੇਗੀਆਂ। ਹਾਂਜੀ, ਬਹੁਤ ਸਾਰੇ ਬਾਈਕਾਟ ਵਾਲੀਆਂ ਵੀ ਬਹੁਤ ਸਾਰੀਆਂ ਚੋਣਾਂ ਦੇਖੀਆਂ ਨੇ ਤੁਸੀਂ। 2022 ਨੂੰ ਕਿਵੇਂ ਦੇਖ ਰਹੇ ਹੋ? ਇਹ ਚੋਣ ਆਸ਼ਾ ਤੇ ਉਮੀਦ ਦੀ ਓਵਰਆਲ ਨਿਰਾਸ਼ਾ। ਅਨਫਾਰਚੂਨੇਟਲੀ ਸਾਡੀਆਂ ਪੰਥਕ ਧਿਰਾਂ 'ਚ ਵੀ ਇਹ ਮੈਨੂੰ ਬਹੁਤ ਅਫਸੋਸ ਹੈ। ਇੰਨੀਆਂ ਸ਼ਹੀਦੀਆਂ, ਇੰਨਾ ਖੂਨ ਡੁੱਲਿਆ, ਕੋਈ ਇਹ ਪ੍ਰੈਕਟਿਸ 'ਚ ਫਰਕ ਹੀ ਨਹੀਂ ਪੈ ਰਿਹਾ। ਉਵੇਂ ਜੇ ਧੜੇ ਬਣੇ ਹੋਏ ਨੇ ਉਵੇਂ ਬੰਦੇ ਚੱਲੀ ਜਾਂਦੇ ਨੇ। ਇਹ ਬਹੁਤ ਮਾੜੀ ਹਾਲਤ ਹੈ। ਇਹਦੇ 'ਚ ਸ਼ਾਇਦ ਕੁਛ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ, ਪੰਥਕ ਧਿਰਾਂ। ਇੰਨੀਆਂ ਕੁਰਬਾਨੀਆਂ, ਐਡਾ ਸੰਘਰਸ਼, ਸਭ ਕੁਛ ਦੇ ਬਾਵਜੂਦ ਐਡੀ ਕੁ ਵੀ ਕੋਈ ਧਿਰ ਨਾ ਬਣ ਸਕਦੀ ਵੀ ਇਹ ਘੱਟੋ ਘੱਟ ਇਲੈਕਸ਼ਨ ਦੇ ਪ੍ਰੋਸੈਸ ਨੂੰ ਕੁਛ ਪ੍ਰਭਾਵਿਤ ਕਰੇ। ਤੁਹਾਨੂੰ ਲੱਗਦਾ ਫਿਰ ਕੋਈ ਅੱਗੇ ਕੀ ਹੋਊ? ਅੱਗੇ ਕੀ ਹੈ ਜਾਂ ਉਸੇ ਦੇ ਛੱਡ ਕੇ ਬੈਠ ਜਾ ਸਕਦਾ? ਦੇਖੋ ਅਜੇ ਕੁਛ ਵੀ ਨਹੀਂ, ਅਜੇ ਇਦੋਂ ਵਿਰਾਟ ਰੂਪ ਆਉਣਾ ਹੈ ਨਿਗਾਰ। ਜਦੋਂ ਪਿਛਲਾ ਬਾਈਕਾਟ ਹੋਇਆ ਸੀਗਾ 92 ਵਾਲਾ, ਉਹ ਗਲਤ ਸੀ ਜਾਂ ਠੀਕ ਸੀ? ਉਹ ਬਿਲਕੁਲ ਇੰਟਾਇਰਲੀ ਡਿਫਰੈਂਟ। ਜਿਹੜਾ ਐਡੀ ਵੱਡੀ ਆਰਮਡ ਸਟਰਗਲ ਖੜੀ ਹੋ, ਉਹ ਸਿਚੁਏਸ਼ਨ ਅੱਜ ਥੋੜਾ ਹੈ। ਕੁਛ ਲੋਕ ਤੇ ਅੱਜ ਤੱਕ ਕਹਿੰਦੇ ਆ ਨਾ ਕਿ ਨਾ ਕਰਦੇ ਵਧੀਆ ਹੁੰਦਾ। ਮੈਂ ਕਹਿਣਾ ਜੇ ਉਹ ਚੋਣਾਂ 'ਚ ਹੁੰਦਾ, ਤੁਹਾਡੀ ਆਰਮਡ ਸਟਰਗਲ ਦੀ ਜਸਟੀਫਿਕੇਸ਼ਨ ਕੀ ਰਹਿ ਜਾਣੀ ਸੀ? ਇੰਨੀਆਂ ਸ਼ਹਾਦਤਾਂ ਦੀ, ਸਭ ਕੁਛ ਦੀ ਕੀ ਜਸਟੀਫਿਕੇਸ਼ਨ ਸੀ? 2022 ਦੇ ਅੰਦਰ ਤੁਹਾਨੂੰ ਫਿਰ ਨਿਰਾਸ਼ਾ ਤੋਂ ਬਿਨਾਂ ਹੋਰ ਕੁਝ ਨਜ਼ਰ ਆਉਂਦਾ ਹੈਗਾ? ਨਿਚੋੜ ਤਾਂ ਇਹ ਹੈ ਵੀ ਬਹੁਤੀ ਆਸ ਰੱਖ ਕੇ ਨਾ ਚੱਲੋ। ਕਹਿੰਦੇ ਆ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਉਹੀ ਦਿਖਦਾ ਹੈ, ਪਰ ਜੋ ਨੰਗੀ ਅੱਖ ਨੂੰ ਦਿਖ ਰਿਹਾ ਹੁੰਦਾ ਹੈ ਉਹਦੇ ਤੋਂ ਬਾਹਰ ਵੀ ਬਹੁਤ ਕੁਝ ਹੁੰਦਾ ਹੈ। ਪੰਜਾਬ 'ਚ ਚੋਣਾਂ ਨੂੰ ਵੱਖ-ਵੱਖ ਅੱਖਾਂ ਨਾਲ, ਵੱਖ-ਵੱਖ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ਆਮ ਬੰਦਾ ਆਪਣੇ ਤਰੀਕੇ ਨਾਲ ਦੇਖ ਰਿਹਾ, ਪੱਤਰਕਾਰ ਆਪਣੇ ਤਰੀਕੇ ਨਾਲ ਦੇਖ ਰਹੇ ਨੇ, ਵਿਦਵਾਨ ਆਪਣੇ ਤਰੀਕੇ ਨਾਲ ਸਟੱਡੀ ਕਰ ਰਹੇ ਨੇ। ਇਹਨਾਂ ਚੋਣਾਂ ਦਾ ਮਤਲਬ ਕੀ ਹੈ ਪੰਜਾਬ ਦੇ ਲਈ? ਸਾਡੇ ਨਾਲ ਅੱਜ ਉੱਘੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੀਆਂ ਚੋਣਾਂ ਨੂੰ ਕਿਵੇਂ ਦੇਖਦੇ ਨੇ ਔਰ ਪੰਜਾਬ ਦੀਆਂ ਚੋਣਾਂ 'ਚ ਕੀ ਹੋ ਰਿਹਾ ਹੈ, ਅੱਗੇ ਕਿਹੜੀ ਪਾਰਟੀ ਹੈ, ਪਿੱਛੇ ਕਿਹੜੀ ਪਾਰਟੀ ਹੈ, ਜਾਂ ਉਹ ਕੋਈ ਰਾਜਨੀਤਿਕ ਟਿੱਪਣੀ ਹੀ ਕਰਨਾ ਚਾਹੁੰਦੇ ਨੇ। ਗੱਲਬਾਤ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਸਵਾਗਤ ਹੈ ਅਜਮੇਰ ਜੀ, ਬਹੁਤ ਬਹੁਤ ਤੁਹਾਡਾ ਪ੍ਰੋ ਪੰਜਾਬ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ, ਚੋਣਾਂ ਤੁਸੀਂ ਤਾਂ ਬਹੁਤ ਦੇਖੀਆਂ ਨੇਗੀਆਂ। ਹਾਂਜੀ, ਬਹੁਤ ਸਾਰੇ ਬਾਈਕਾਟ ਵਾਲੀਆਂ ਵੀ ਬਹੁਤ ਸਾਰੀਆਂ ਚੋਣਾਂ ਦੇਖੀਆਂ ਨੇ ਤੁਸੀਂ। 2022 ਨੂੰ ਕਿਵੇਂ ਦੇਖ ਰਹੇ ਹੋ? 17 ਤੋਂ ਪਹਿਲਾਂ ਆਪਾਂ ਇੱਕ ਇੰਟਰਵਿਊ ਕੀਤਾ ਸੀ, ਬੜਾ ਉਹ ਇੰਟਰਵਿਊ ਦਾ ਰੌਲਾ ਪੈ ਗਿਆ ਸੀਗਾ ਉਦੋਂ, ਇਸੇ ਥਾਂ ਦੇ ਉੱਤੇ ਕੀਤਾ ਸੀ ਤੁਰ ਫਿਰ ਕੇ। 22 ਦੀਆਂ ਚੋਣਾਂ ਨੇ, ਕਿਵੇਂ ਦੇਖ ਰਹੇ ਹੋ 22 ਦੀਆਂ ਚੋਣਾਂ? ਮੈਨੂੰ ਤਾਂ ਇਹਦੀ ਜੋ ਇੱਕ ਲੱਗਦੀ ਹੈ ਨਾ ਵਿਸ਼ੇਸ਼ਤਾ, ਉਹ ਇਹ ਹੈ ਕਿ ਹਰ ਚੋਣ ਕਿਸੇ ਨਾ ਕਿਸੇ ਆਸ਼ਾ ਤੇ ਉਮੀਦ ਦੇ ਮਾਹੌਲ 'ਚ ਹੁੰਦੀ ਹੈ। ਇਹ ਚੋਣ ਆਸ਼ਾ ਤੇ ਉਮੀਦ ਦੇ ਨਹੀਂ, ਓਵਰਆਲ ਨਿਰਾਸ਼ਾ। ਓਵਰਆਲ ਨਿਰਾਸ਼ਾ ਜਿੰਨੀਆਂ ਟ੍ਰੈਡੀਸ਼ਨਲ ਪਾਰਟੀਆਂ ਸਾਰਿਆਂ ਤੋਂ ਹੋ ਚੁੱਕੀ ਹੈ। ਆਪ ਬਾਰੇ ਐਤਕੀ ਪਿਛਲੀ ਵਾਰ ਨਾਲੋਂ ਫਰਕ ਹੈ। ਪਿਛਲੀ ਵਾਰ ਇਹ ਸੀਗਾ ਜੋਸ਼, ਚਾਹ ਤੇ ਉਤਸ਼ਾਹ ਤੇ ਉਮੀਦ। ਐਤਕੀ ਹੈ ਵੀ ਯਾਰ ਇੱਕ ਮੌਕਾ ਇਹਨਾਂ ਨੂੰ ਦੇ ਦਈਏ, ਜਿਵੇਂ ਜੂਆ ਨਹੀਂ ਹੁੰਦਾ ਵਿਚਾਲੀਆਂ ਕਾਂਗਰਸੀਆਂ ਨੂੰ ਛੱਡ ਕੇ ਵੀ ਸਾਰਿਆਂ ਨੂੰ ਦੇਖ ਲਿਆ ਯਾਰ, ਇੱਕ ਮੌਕਾ ਤਾਂ ਦੇਖ ਲਈਏ ਫਿਰ ਛੱਡ ਦਿਆਂਗੇ। ਉਹ ਸ਼ਰੇਆਮ ਕਹਿ ਰਹੇ ਨੇ, ਕਹਿੰਦੇ ਆ ਲੋਕ, ਕਹਿੰਦੇ ਵੀ ਆ ਹਾਂ ਵੀ ਫਿਰ ਛੱਡ ਦਿਆਂਗੇ। ਕਹਿੰਦੇ ਇਹਨਾਂ ਨੂੰ ਵੀ ਲੁੱਟ ਕੇ ਇੱਥੋਂ ਤੱਕ ਕਹਿ ਦਿੰਦੇ ਨੇ, ਕੋਈ ਗੱਲ ਨਹੀਂ ਇਹਨਾਂ ਨੂੰ ਵੀ ਖਾ ਲੈਣ ਦਿਓ, ਇੱਕ ਵਾਰ ਇਹਨਾਂ ਨੂੰ ਖਾ ਲੈਣ। ਹੁਣ ਤੁਸੀਂ ਇਹ ਦੇਖੋ, ਇਹ ਤਾਂ ਬਹੁਤ ਅਫਸੋਸਨਾਕ ਹੈ ਵੈਸੇ। ਮਤਲਬ ਕਿੰਨਾ ਪੰਜਾਬ ਦੀ ਜਿਹੜੀ ਤਾਂਘ ਹੈ ਵੀ ਉਹ ਤਬਦੀਲੀ ਤੇ ਬਦਲ ਮੰਗਦਾ, ਤੇ ਕਿੰਨੇ ਚਿਰ ਤੋਂ ਇਹ ਗੱਲ ਆ ਰਹੀ ਹੈ ਵੀ ਬਦਲ ਹੋਵੇ ਬਦਲ ਹੋਵੇ।
ਫਿਰ ਕਿਉਂ ਨਹੀਂ ਬਣ ਪਾਉਂਦਾ ਬਦਲ? ਕਿਸਾਨ ਮੋਰਚੇ ਚੋਂ ਗੱਲ ਉੱਠੀ ਸੀ, ਕਿਹਾ ਜਾ ਰਿਹਾ ਜਿਹੜਾ ਇਸ ਇਲੈਕਸ਼ਨ ਦਾ ਨੈਰੇਟਿਵ ਵੀ ਹੈ ਨਾ ਸਾਰਾ। ਦੇਖੋ ਬਦਲ ਉੱਠਦਾ ਲਹਿਰਾਂ ਚੋਂ, ਕਿਸੇ ਸੰਘਰਸ਼ ਚੋਂ। ਇਹ ਜਿਹੜਾ ਸੰਘਰਸ਼ ਸੀ ਨਾ ਕਿਸਾਨ ਸੰਘਰਸ਼, ਇਹ ਟੋਟਲ ਇੱਕ ਮੋਨੋਪਲੀ ਜਿਹੜੀਆਂ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਆਪਦੀ ਇਹ 'ਤੇ ਮੋਨੋਪਲੀ ਇਜਾਰੇਦਾਰੀ ਕਾਇਮ ਰੱਖੀ। ਉਹਨਾਂ ਦੀਆਂ ਲਿਮਿਟੇਸ਼ਨਸ, ਉਹ ਨਾ ਉਹਨਾਂ ਕੋਲੇ ਓਡਾ ਵਿਜ਼ਨ ਹੈ, ਲੈਫਟ ਕੋਲੇ ਮਤਲਬ ਐਡਾ ਵੱਡਾ ਵਿਜ਼ਨ ਹੋ ਹੀ ਨਹੀਂ ਸਕਦਾ। ਜਿਹੜੇ ਬੰਦੇ ਦੀ ਆਈਡੀਆਲੋਜੀ ਐਡੀ ਤੰਗ ਨਜ਼ਰ ਹੈ, ਕੱਟੜ ਹੈ, ਏਜੰਡਾ ਇੰਨੇ ਸਟਰੋਂਗ ਹੈ, ਮਤਲਬ ਸਾਰਾ ਕੁਝ, ਤੇ ਉਹਦੇ 'ਚੋਂ ਤਾਂ ਕੋਈ ਤੁਸੀਂ ਪੰਜਾਬ ਦੀ ਵੱਡੀ ਭਲਾਈ ਵਾਸਤੇ ਜਨਰਲ ਗੱਲਾਂ ਹੋ ਸਕਦੀਆਂ, ਤੇ ਇਸ ਕਰਕੇ ਉਹਨਾਂ ਕੋਲੇ ਵਿਜ਼ਨ ਨਹੀਂ। ਤੇ ਦੂਜੀ ਗੱਲ ਹੁੰਦੀ ਹੈ ਕਿ ਜਿਹੜਾ ਕੋਰ ਗਰੁੱਪ ਹੈ ਨਾ ਲੀਡਰਸ਼ਿਪ ਦਾ, ਉਹ ਥਾਰੋਲੀ ਓਨੈਸਟ ਚਾਹੀਦਾ, ਉਹਦੀ ਪੰਜਾਬ ਨਾਲ, ਲੋਕਾਂ ਨਾਲ ਆਪਦੇ ਨਿੱਜ ਤੋਂ ਉੱਪਰ ਉੱਠਿਆ ਹੋਇਆ ਹੋਵੇ। ਇਹ ਗੱਲਾਂ ਆਪਾਂ ਕਿੰਨੇ ਚਿਰ ਦੇ ਕਰ ਰਹੇ ਹਾਂ ਅਜਮੇਰ ਜੀ? ਮੈਂ ਵੀ ਸੁਣ ਰਿਹਾ ਤੁਹਾਨੂੰ ਬੜੇ ਲੰਬੇ ਸਮੇਂ ਦਾ, ਮੈਂ ਹੋਰਾਂ ਨੂੰ ਵੀ ਸੁਣਦਾ ਅਲੱਗ-ਅਲੱਗ। ਹਾਂ ਬਸ ਜਿੰਨਾ ਚਿਰ ਉਹ ਪੈਦਾ ਨਹੀਂ ਹੋਣਾ, ਜਿੰਨਾ ਚਿਰ ਉਹ ਕੰਡੀਸ਼ਨਸ ਕ੍ਰੀਏਟ ਨਹੀਂ ਹੁੰਦੀਆਂ, ਇਹ ਸਾਡੀ ਵਿਸ਼ਫੁਲ ਥਿੰਕਿੰਗ ਹੀ ਰਹਿਣੀ ਹੈ, ਇਹ ਸੁਪਨਾ ਹੀ ਰਹਿਣਾ ਹੈ। ਨਹੀਂ, ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿਉਂ ਨਹੀਂ ਹੋ ਰਿਹਾ? ਕਿਉਂਕਿ 15 ਸਾਲ ਦੇ ਤੁਹਾਨੂੰ ਗੱਲਾਂ ਕਰਦਿਆਂ ਨੂੰ ਹੋ ਗਏ ਮੈਨੂੰ ਲੱਗਦਾ। ਦੇਖੋ ਮੈਂ ਇਹ ਗੱਲ ਹੈ ਕਿ ਓਵਰਆਲ ਜਿਹੜਾ ਸੁਸਾਇਟੀ 'ਚ ਨਿਗਾਰ ਆਇਆ ਨਾ, ਇਖਲਾਕੀ ਨਿਗਾਰ ਆਇਆ। ਅੱਗੇ ਹੁੰਦਾ ਸੀ ਕੁਝ ਪਰਤਾਂ 'ਚ, ਮੇਨਲੀ ਪੋਲੀਟੀਕਲ ਕਲਾਸ 'ਚ ਜਾਂ ਬਿਊਰੋਕ੍ਰੇਸੀ 'ਚ, ਉਹ ਹੁਣ ਥੱਲੇ ਤੱਕ ਪਰਕੋਲੇਟ ਕਰ ਗਿਆ ਹੈ। ਪਰ ਕਾਮਰੇਡ ਕਹਿੰਦੇ ਹੈਗੇ ਜਿਹੜੇ ਇਸ ਥਾਟ ਦੇ ਉੱਤੇ ਕੰਮ ਕਰਦੇ ਆ, ਉਹ ਜਦੋਂ ਇਹਨੂੰ ਐਨਾਲਿਸਿਸ ਕਰਦੇ, ਆਰਟੀਕੂਲੇਟ ਕਰਦੇ, ਉਹ ਕਹਿੰਦੇ ਜਿੱਥੇ ਮਾਰਕੀਟ ਜਾਂਦੀ ਹੈ, ਜਿੱਥੇ ਕੈਪੀਟਲ ਜਾਂਦੀ ਹੈ, ਇਹ ਤਾਂ ਫੈਨੋਮਨਾ ਹੋਣਾ ਹੀ ਹੈਗਾ। ਐਵੇਂ ਜਿਹੜੇ ਇਮੋਸ਼ਨ ਜੇ ਤੁਸੀਂ ਲਈ ਫਿਰਦੇ ਹੋਗੇ, ਇਹ ਜਿਹੜੀਆਂ ਭਾਵਨਾਵਾਂ, ਅਖਲਾਕ, ਨੈਤਿਕਤਾ ਕੀ ਹੁੰਦੀ ਹੈਗੀ, ਮੋਰੈਲਿਟੀ ਕੀ ਹੁੰਦੀ, ਉਹ ਤਾਂ ਇਹ ਕਹਿੰਦੇ ਨੇ। ਨਹੀਂ, ਇਹ ਗੱਲ ਨਹੀਂ ਹੁੰਦੀ। ਮਤਲਬ ਵੈਸਟ ਦੀ ਉਦਾਹਰਨ ਦਿੰਦੇ ਨੇ, ਉਹ ਪੱਛਮ ਦੀ ਉਦਾਹਰਨ ਦੇ, ਯੂਰਪ ਦੀ ਦਿੰਦੇ ਨੇ। ਠੀਕ ਹੈ, ਉੱਥੇ ਤੁਸੀਂ ਨਾ ਕਿਸੇ ਅਲਟਰਨੇਟਿਵ ਆਈਡੀਆਲੋਜੀ ਨਾਲ ਉਹਨੂੰ ਭਾਂਜ ਨਹੀਂ ਦੇ ਸਕਦੇ। ਇਹ ਜਿਹੜਾ ਕੈਪੀਟਲਿਜ਼ਮ ਹੈ ਨਾ, ਇਹਦੀ ਗ੍ਰਿਫਤ ਐਡੀ ਹੈ, ਇਹਦਾ ਵਹਿਣ ਐਡਾ ਤਕੜਾ ਹੈ, ਕਿਉਂਕਿ ਬੰਦੇ ਦੇ ਇਹ ਮਨ ਦੀ ਜਿਹੜੇ ਹੈਗੇ ਨਾ ਮੁਹਾਨ ਉਧਰ ਨੂੰ ਵਗ ਰਿਹਾ ਨਾ। ਤੁਸੀਂ ਮੋੜਨ ਦਾ ਯਤਨ ਕਰੋਗੇ, ਉਹ ਆਈਡੀਆਲੋਜੀ ਨਾਲ ਨਹੀਂ ਮੁੜਨਾ, ਉਹ ਤਾਂ ਕੋਈ ਬਹੁਤ ਵੱਡੀ ਸਪਿਰਚੁਅਲ ਪ੍ਰੇਰਨਾ, ਜਿੰਨਾ ਚਿਰ ਪੰਜਾਬ 'ਚ ਉਹ ਮਿਸਿੰਗ ਹੈ। ਹੁਣ ਸਾਰੇ ਬੰਦੇ ਪੋਲੀਟੀਕਲ ਏਜੰਡੇ ਵਾਲੇ, ਪੋਲੀਟੀਕਲ ਆਈਡੀਆਲੋਜੀ ਵਾਲੇ ਨੇ, ਉਹਦੇ 'ਚੋਂ ਫਿਰ ਇਹੀ ਕੁਝ ਨਿਕਲਣਾ ਹੈ। ਹੋਰ ਨਿਰਾਸ਼ਾ, ਹੋਰ ਨਿਗਾਰ ਤੇ ਹੋਰ ਸਾਰਾ ਕੁਝ। ਮੈਂ ਕਿਸਾਨ ਅੰਦੋਲਨ ਵੇਲੇ ਵੀ ਇਹ ਸਵਾਲ ਚੱਲਦੇ ਅੰਦੋਲਨ 'ਚ ਲੋਕਾਂ ਨੂੰ ਕਰਦਾ ਹੁੰਦਾ ਸੀਗਾ ਕਿ ਯਾਰ ਇਹ ਸਸਟੇਨ ਕਰੂਗਾ? ਇੱਕ ਵਾਰ ਤਾਂ ਮਾਹੌਲ ਐ ਲੱਗਦਾ ਸੀਗਾ ਕਿ ਕਿਸਾਨ ਅੰਦੋਲਨ ਜਿਵੇਂ ਉੱਠਿਆ, ਲਹਿਰ ਜਿਹੜੀ ਤੁਸੀਂ ਗੱਲ ਕਰਦੇ ਉੱਠੀ ਖੜੀ ਸੀਗੀ, ਗੱਲ ਤਾਂ ਸਸਟੇਨ ਕਰਨ ਦੀ ਹੈ। ਇਹੀ ਸਾਡੀਆਂ ਪੰਜਾਬ ਦੀਆਂ ਪੁਰਾਣੀਆਂ ਲਹਿਰਾਂ ਦਾ, ਕਿ ਕੋਈ ਚੀਜ਼ ਸਸਟੇਨ ਕਰਦੀ ਹੈ। ਜੋ ਕੈਪੀਟਲਿਜ਼ਮ ਦਾ ਤਾਂ ਉਹ ਤਾਂ ਸਸਟੇਨ ਕਰ ਰਿਹਾ ਲਗਾਤਾਰ। ਮਤਲਬ ਅਸੀਂ ਕਿੱਥੋਂ ਦੇਖਦੇ ਹਾਂ? ਕੰਡੀਸ਼ਨਡ ਮਾਈਂਡ ਨੂੰ ਅਸੀਂ ਦੇਖਦੇ ਹਾਂ ਅਲਟਰਨੇਟਿਵ ਆਈਡੀਆਲੋਜੀ 'ਚੋਂ। ਆਈਡੀਆਲੋਜੀ ਦੀਆਂ ਬੜੀਆਂ ਲਿਮਿਟੇਸ਼ਨਸ ਹੁੰਦੀਆਂ। ਆਈਡੀਆਲੋਜੀ ਤੁਸੀਂ ਲੋਕਾਂ ਦੀ ਜਿਹੜੀ ਆਤਮਾ ਹੈ ਨਾ, ਉਹ ਵਿਚਾਰ ਤਾਂ ਬਦਲ ਦੂ, ਕੁਝ ਗੱਲਾਂ ਬਾਰੇ ਸਾਫ਼ ਕਰ ਦੂ। ਜਿਹੜੀ ਆਤਮਾ ਨੂੰ ਬਦਲਦੇ, ਉਹ ਬੰਦੇ ਦੀ ਬਿਰਤੀ ਨੂੰ ਬਦਲਦੇ, ਇਹ ਤਾਂ ਰੂਹਾਨੀ ਪ੍ਰੇਰਨਾ ਤੋਂ ਬਿਨਾਂ ਸੰਭਵ ਹੀ ਨਹੀਂ ਕਿਤੇ। ਫਿਰ ਰੂਹਾਨੀ ਪ੍ਰੇਰਨਾ ਵਾਲੀਆਂ ਧਿਰਾਂ ਨੇ ਜਿਹੜੀਆਂ, ਚਲੋ ਤੁਸੀਂ ਲੈਫਟ ਬਾਰੇ ਤਾਂ ਹੈ ਨਹੀਂ ਤੇਰੇ ਕੋਈ ਪੋਲੀਟੀਕਲ ਸਾਰੀ। ਪਿਛਲੀ ਵਾਰ ਇਸੇ ਗੱਲ ਦੇ ਉੱਤੇ ਮੈਂ ਕਹਿੰਦਾ, ਇਸੇ ਥਾਂ ਦੇ ਉੱਤੇ ਆਪਾਂ ਜਦੋਂ ਗੱਲ ਕੀਤੀ, ਤੁਸੀਂ ਥੋੜੇ ਤਿੱਖੇ ਸ਼ਬਦ ਵਰਤ ਲਏ ਹੋਣਗੇ ਜਾਂ ਤੁਹਾਡੇ ਕਹਿਣ ਦਾ, ਉਹਨੂੰ ਫਿਰ ਉਹਦੇ ਤੇ ਬਹੁਤ ਸਾਰਾ ਕੁਝ ਚਰਚਾ। ਉਹ ਮੇਰੀ ਡਿਸਇਲੂਜਨਮੈਂਟ ਜਾਂ ਫਰਸਟ੍ਰੇਸ਼ਨ ਸੀ, ਉਹ ਜ਼ਿਆਦਾ ਉਸ। ਪਰ ਤੁਸੀਂ ਉਦੋਂ ਵੀ ਕਿਹਾ ਸੀਗਾ ਕਿ ਮੈਨੂੰ ਕੋਈ ਦਿਖਦਾ ਨਹੀਂ ਹੈ, ਨਾ ਲੈਫਟ 'ਚ ਦਿਖਦਾ, ਨਾ ਕਿਸੇ ਹੋਰ ਧਿਰ 'ਚ ਦਿਖਦਾ, ਕਿਤੇ ਮੈਨੂੰ ਖਾਲਿਸਤਾਨੀ ਨਹੀਂ, ਕਿਤੇ ਕੋਈ ਇਹੋ ਜਿਹਾ ਬੰਦਾ ਨਹੀਂ ਦਿਖ ਰਿਹਾ। ਨਹੀਂ ਦਿਖ ਰਿਹਾ ਬੰਦਾ ਨਹੀਂ ਦਿਖ ਰਿਹਾ। ਜਾਂ ਇਹ ਪਤਾ ਨਹੀਂ ਹੁਣ ਪਿਛਲੀ ਇਲੈਕਸ਼ਨ ਬਾਰੇ ਸੀ ਜਾਂ ਕਦੋਂ ਸੀਗਾ। ਪਿਛਲੀ ਇਲੈਕਸ਼ਨ ਦਾ 2015 ਦਾ ਇੰਟਰਵਿਊ ਸ਼ਾਇਦ 15-16 ਦਾ। ਹਾਂ, ਮਤਲਬ ਹੁਣ ਇਹੀ ਸਿਚੁਏਸ਼ਨ ਬਣੀ ਜਾ ਰਹੀ ਹੈ, ਤੇ ਇਸ ਕਰਕੇ ਮਤਲਬ ਇਹ ਐਂ ਵਾਪਰਨਾ, ਇਦੋਂ ਹੋਰ ਗੱਲਾਂ ਨਿੱਗਰਨੀਆਂ, ਇਸ 'ਚ ਕੋਈ ਸੁਧਾਰ ਆਉਣ ਦੀ ਸੰਭਾਵਨਾ ਨਹੀਂ। ਇਹ ਹੈ ਇਸ ਇਲੈਕਸ਼ਨ ਦਾ ਖਾਸਾ। ਫਿਰ ਜਿਹੜੀਆਂ ਧਿਰਾਂ ਕੰਮ ਕਰਦੀਆਂ ਨੇ, ਚਾਹੇ ਤੁਸੀਂ ਸੋਚ ਰਹੇ ਹੋ, ਕਹਿੰਦੇ ਨੇ ਕਿ ਸੋਚਣਾ ਵੀ ਇੱਕ ਲੜਾਈ ਹੁੰਦੀ ਹੈ। ਦੇਖੋ ਫਿਰ ਮੈਂ ਕਹਿ ਰਿਹਾ ਕਿ 7 ਸਾਲ ਬਾਅਦ ਮੈਂ ਤੁਹਾਡਾ ਇਹ ਗੱਲ ਕਰ ਰਿਹਾ, ਆਪਾਂ ਵਿੱਚ ਦੀ ਵੀ ਇੰਟਰਵਿਊਆਂ ਕੀਤੀਆਂ, ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ। 7 ਸਾਲ ਹੋ ਗਏ ਮੈਨੂੰ ਲੱਗਦਾ ਇੰਟਰਵਿਊ ਨੂੰ। 15 ਸ਼ਾਇਦ ਮੈਂ ਇੰਟਰਵਿਊ ਕੀਤੀ, ABP ਸਾਂਝਾ 'ਚ ਹੁੰਦਾ ਸੀ ਮੈਂ ਉਦੋਂ। ਹਾਂ, ਉਦੋਂ ਤੋਂ ਲੈ ਕੇ ਹੁਣ ਤੱਕ ਫਿਰ ਕੀ ਹੈ? ਜਾਂ ਐ ਨਹੀਂ ਹੁੰਦਾਗਾ ਵੀ ਜਦੋਂ ਹੋਣਾ ਹੋਊਗਾ ਐ ਹੋ ਜੂ ਇੱਕਦਮ? ਇਹ ਕੋਈ ਇਹਦਾ ਕੋਈ ਟਾਈਮ ਨਹੀਂ ਦਿੱਤਾ ਜਾ ਸਕਦਾ? ਜਿਹੜਾ ਸਪਿਰਚੁਅਲ ਕੰਮ ਹੋ ਰਿਹਾ ਹੈਗਾ, ਜਿਹੜਾ ਕਹਿੰਦਾ ਚੁੱਪ ਵੀ ਐਕਸ਼ਨ ਹੁੰਦੀ ਹੈ, ਕੁਝ ਲੋਕ ਕਹਿੰਦੇ ਆ। ਨਹੀਂ, ਜਿਹੜਾ ਸਪਿਰਚੁਅਲ ਹੁੰਦਾ ਨਾ, ਉਹਦਾ ਪੋਲੀਟੀਕਲ ਨਾਲ ਫਰਕ ਹੈ। ਉਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਤੁਸੀਂ ਮਿਹਨਤ ਕਰੋ, ਯੂ ਮਸਟ ਹੈਵ ਏ ਪਲਾਨ, ਉਹ 'ਤੇ ਵਰਕ ਕਰੋ ਤੇ ਉਹਦੇ 'ਚੋਂ ਕੱਢ ਲਓ। ਉਹ ਤਾਂ ਵਾਪਰਨਾ ਹੈ।
ਅਰਦਾਸਾਂ ਹੋ ਸਕਦੀਆਂ ਸੱਚੇ ਮਨੋਂ ਸਮੂਹਕ। ਪਰ ਇਸ ਗੱਲ ਨੂੰ ਤੁਹਾਡੇ ਨੂੰ ਲੋਕ ਬ੍ਰਾਹਮਣਵਾਦ ਕਹਿੰਦੇ ਆ, ਤੁਹਾਨੂੰ ਪਤਾ ਕੌਣ ਕਹੀ ਜਾਣ। ਕਹਿੰਦੇ ਬ੍ਰਾਹਮਣਵਾਦ ਹੈ, ਬ੍ਰਾਹਮਣਿਕਲ ਸੋਚ ਹੈਗੀ ਕਿ ਬ੍ਰਾਹਮਣਿਕਲ ਸੋਚ ਸੋਚਦੇ ਸਿੱਖ ਤਾਂ ਐਂ ਸੋਚ ਹੀ ਨਹੀਂ ਸਕਦੇ ਜਿਵੇਂ ਜਮੀਰ ਜੀ ਕਹਿੰਦੇ ਨੇ। ਉਹ ਸਿੱਖ ਬਾਰੇ ਉਹਨਾਂ ਦੀ ਧਾਰਨਾ ਕੀ ਹੈ? ਸਾਰੀ ਪ੍ਰੋਬਲਮ ਜਿਹੜੀ 84 ਤੋਂ ਬਾਅਦ ਮਤਲਬ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਈਵਨ ਸਾਡੀ ਵੀ, ਅਸੀਂ 84 ਤੋਂ ਬਾਅਦ ਇਹ ਸਿੱਖਾਂ ਵਾਲੇ ਪੱਖ ਨਾਲ ਕਿਵੇਂ ਜੁੜੇ ਹਾਂ? ਅਸੀਂ ਜੁੜੇ ਹਾਂ ਪੋਲੀਟੀਕਲ, ਇਸ ਪੋਲਿਟਿਕਸ ਨਾਲ ਜੁੜ ਗਏ, ਉਸ ਲਹਿਰ ਨਾਲ ਜੁੜ ਗਏ। ਹੁਣ ਪੋਲਿਟਿਕਸ ਤਾਂ ਉਹਦੀ ਇੱਕ ਮੈਨੀਫੈਸਟੇਸ਼ਨ ਹੈ, ਪਿੱਛੇ ਗੱਲ ਤਾਂ ਹੋਰ ਪਈ ਹੈ। ਸੰਤ ਭਿੰਡਰਾਂ ਵਾਲੇ ਦੀ ਇੰਟਰਪ੍ਰੀਟੇਸ਼ਨ ਹੁੰਦੀ ਰਹਿਣੀ ਹੈ। ਇਹ ਚੈਲੰਜ ਆ ਕੌਮ ਦੇ ਸਾਹਮਣੇ। ਜਿਹੜੇ ਬੰਦੇ ਉਹਨੂੰ ਰਿਡਿਊਸ ਕਰਕੇ ਇੰਟਰਪ੍ਰੈਟ ਕਰਦੇ ਨਾ ਵੀ ਉਹਦੀ ਆਹ ਵਿਚਾਰਧਾਰਾ ਸੀ, ਉਹਨੂੰ ਸਮਝ ਨਹੀਂ ਰਹੇ ਪੂਰਾ। ਉਹ ਇਸ ਤਰ੍ਹਾਂ ਐਡੀ ਵੱਡੀ ਚੇਂਜ ਲਿਆ ਨਹੀਂ ਸਕਦੇ ਸੀਗੇ ਦਿਨਾਂ 'ਚ। ਸੋ ਇਸ ਕਰਕੇ ਮਤਲਬ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਯਾਰ ਇਹਦਾ ਹੁਣ ਹੱਲ ਕੀ ਹੈ, ਆਪਾਂ ਹੱਲ ਭਾਲਦੇ ਹਾਂ। ਇੱਕ ਸਾਡਾ ਮਨ ਆਦੀ ਹੋ ਗਿਆ ਗੱਲਾਂ ਦਾ, ਹੈ ਨਾ, ਵੀ ਅਸੀਂ ਇਹਦਾ ਕੋਈ ਐਂ ਵੀ ਕੋਈ ਪਲਾਨ ਲਿਆਈਏ, ਕੋਈ ਯਤਨ ਕਰੀਏ। ਪਰ ਕਿਸਾਨ ਜਿਹੜਾ ਸੀ ਅੰਦੋਲਨ, ਉਹਦੀ ਸਾਰਾ ਦੁਖਾਂਤ ਇਹ ਸੀ, ਉਹ ਇਦੋਂ ਗਾਹਾਂ ਜਾ ਹੀ ਨਹੀਂ ਸਕੇ। ਵਿਸ਼ਫੁਲ ਥਿੰਕਿੰਗ, ਇੱਕ ਵੀ ਐਂ ਹੋਣਾ ਚਾਹੀਦਾ ਤੇ ਹੋ ਜਾਊਗਾ। ਅੱਛਾ, ਹੁਣ ਵੱਡਾ ਉਭਾਰ ਹੋ ਗਿਆ ਅੰਦੋਲਨ, ਵੱਡੇ ਚਿਹਰੇ ਦਿਸ ਗਏ ਉਹਨਾਂ ਨੂੰ, ਜਥੇਬੰਦੀਆਂ ਦਿਸ ਗਈਆਂ, ਤੇ ਖਾਸ ਕਰਕੇ ਜਿਹੜਾ ਬੰਦਾ ਮਤਲਬ ਮੇਨ ਲੀਡਰ ਹੈ ਉਹ ਤੇ ਤਾਂ ਬਿਲਕੁਲ ਸ਼ੀਸ਼ੇ ਵਰਗਾ ਸਾਫ਼ ਚਾਹੀਦਾ। ਉਹ ਤਾਂ ਨਹੀਂ, ਉਹ ਕੋਈ ਫਰਕ ਨਹੀਂ ਪਾ ਸਕੂ, ਉਹਦੇ 'ਚੋਂ ਦੁਖਾਂਤ ਹੀ ਨਿਕਲਣਾ ਹੈ। ਤੇ ਇੱਥੇ ਸਭ ਤੋਂ ਵੱਡਾ ਦੁਖਾਂਤ ਇਹ ਵਾਪਰਿਆ ਵੀ ਜਿਹੜਾ ਮੇਨ ਬੰਦਾ ਹੈ, ਇਹ ਹੁਣ ਨਾਂ ਲੈਣਾ ਪੈ ਰਿਹਾ ਰਾਜੇਵਾਲ ਦਾ, ਬਲਬੀਰ ਸਿੰਘ ਰਾਜੇਵਾਲ, ਜਿਹੜਾ ਥਾਰੋਲੀ ਕਰਪਟ ਹੈ, ਥਾਰੋਲੀ ਡਿਸਓਨੈਸਟ ਹੈ। ਹੁਣ ਐਡਾ ਵੱਡਾ ਗੈਪ ਲੋਕਾਂ ਦੀ ਪਰਸੈਪਸ਼ਨ 'ਚ ਤੇ ਉਹਦੀ ਰਿਐਲਿਟੀ 'ਚ। ਪਰ ਤੂੰ ਸਾਧ ਦੇਖ ਜਿਹੜੇ ਠੱਗ ਸਾਹਮਣੇ ਦਿਸਦੇ ਹੁੰਦੇ, ਲੋਕ ਵਿੱਚ ਆਰਾਮ ਰਹੀਮ ਹੈ, ਮਤਲਬ ਕੋਈ ਫਰਕ ਹੀ ਨਹੀਂ ਪੈਂਦਾ। ਇਹ ਜਿਹੜਾ ਹੈਗਾ ਨਾ ਅੰਨੇ ਭਗਤ ਬਣਨਾ, ਮੈਂ ਜਿਹੜੀ ਗੱਲ ਤੇ ਬਾਰ-ਬਾਰ ਜ਼ੋਰ ਦੇ ਰਿਹਾ, ਕ੍ਰਿਟੀਕਲ ਤੇ ਐਨਾਲਿਟੀਕਲ ਫੈਕਲਟੀ ਨਾ ਹੋਣੀ ਬੰਦੇ 'ਚ, ਇਟ ਇਜ਼ ਏ ਕਰਸ। ਤੁਸੀਂ 100 ਸਾਲ ਜਿਉਂ ਜਾਓ, 50 ਸਾਲ ਲਹਿਰਾਂ 'ਚ ਰਹਿ ਪਓ, ਕੁਛ ਨਹੀਂ ਸਿੱਖ ਸਕੋਗੇ। ਰਾਜੇਵਾਲ ਤੇ ਤੁਸੀਂ ਇੰਨਾ ਗੰਭੀਰ ਇਲਜ਼ਾਮ ਲਾਇਆ, ਕੋਈ ਸਬੂਤ ਹੈ ਇਸ ਗੱਲ ਦਾ? ਤੁਸੀਂ ਐਡੇ ਨਹੀਂ, ਦੇਖੋ ਇਹਨਾਂ ਗੱਲਾਂ ਦੇ ਨਾ, ਉਹਦੀ ਪ੍ਰੈਕਟਿਸ ਥੋਰਲੀ ਕਰਪਟ ਕਿਹਾ ਤੁਸੀਂ, ਬਿਲਕੁਲ ਉਹਦੀ ਪ੍ਰੈਕਟਿਸ। ਮਤਲਬ ਤੂੰ ਕਿੱਡੇ ਵੱਡੇ ਉਭਾਰ ਨੂੰ ਉਹਨੇ ਕੀ ਕੀਤਾ ਯਾਰ, ਇੱਕ ਓਨੈਸਟੀ ਚਾਹੀਦੀ ਸੀ। ਮੇਰੇ ਕੋਲ ਸਬੂਤ ਹੈਗੇ, ਹੁਣ ਸਬੂਤ ਪੇਸ਼ ਨਹੀਂ ਨਾ ਹੋ ਸਕਦੇ ਹੁੰਦੇ। ਮੈਨੂੰ ਪਤਾ ਵੀ ਉਹਦੀਆਂ ਸੀਕਰਟ ਮੀਟਿੰਗਾਂ ਕੇਜਰੀਵਾਲ ਨਾਲ ਬਹੁਤ ਅਗੇਤੀਆਂ ਸ਼ੁਰੂ ਹੋ ਗਈਆਂ ਸੀ, ਬਿਲਕੁਲ ਆਪਦੇ ਬਿਲਕੁਲ ਨਾਲ ਦੇ ਬੰਦਿਆਂ ਨੂੰ ਵੀ ਯਾਰ ਹਨੇਰੇ 'ਚ ਰੱਖਣਾ। ਇਹੀ ਜੀ ਗੱਲ ਨਹੀਂ ਸੀ, ਮਤਲਬ ਜੇ ਸਾਰੀਆਂ 32 ਜਥੇਬੰਦੀਆਂ ਇੱਕ ਮੱਤ ਹੋ ਕੇ ਚੱਲ ਪੈਂਦੀਆਂ, ਇਹ ਬਹੁਤ ਵੱਡਾ ਫਰਕ ਪਾ ਸਕਦੀਆਂ ਸੀ। ਇਹ ਤਾਂ ਵੱਖਰੀ ਗੱਲ ਹੈ, ਉਹ ਪੰਜਾਬ ਦੀ ਰਾਜਨੀਤੀ 'ਚ। ਹਾਂ, ਮਤਲਬ ਜ਼ਰੂਰੀ ਨਹੀਂ ਵੀ ਉਹ ਪਾਰਟੀ ਬਣਾ ਕਿਸਾਨ ਅੰਦੋਲਨ ਨੇ ਧਿਰ ਬਣ ਜਾਂਦੀ ਜਾਂ ਪਾਰਟੀ ਵੀ ਬਣਾ ਲੈਂਦੇ ਤਾਂ ਹੋ ਜੇ। ਚੋਣਾਂ ਤੋਂ ਲੱਗਦਾ ਚੋਣਾਂ ਨਾਲ ਸੁਧਾਰ ਨਹੀਂ ਹੋ ਸਕਦਾ। ਚੋਣਾਂ ਨਹੀਂ, ਚੋਣਾਂ ਇੱਕ ਬਣਦਾ ਸਾਧਨ ਤਾਂ, ਮਤਲਬ ਹੁਣ ਚੋਣਾਂ ਆਪਦੇ ਆਪ ਝੰਡ ਨਹੀਂ ਨਾ, ਉਹ ਆਪਾਂ ਜਾਂ ਰਾਹ ਹੋ ਸਕਦਾ ਸੀ। ਹਾਂ, ਵੀ ਜਾਂ ਉਹਨੂੰ ਬਿਲਕੁਲ ਡਿਸਮਿਸ ਕਰ, ਜਦੋਂ ਆਪਾਂ ਬਾਦਲ ਦੀ ਗੱਲ ਕਰਦੇ ਹਾਂ ਵੀ ਜਾਂ ਤਾਂ ਅਲਟੀਮੇਟ ਬਾਦਲ ਹੋਵੇ ਤੇ ਨਹੀਂ ਫਿਰ ਐਂ ਚੱਲੇ, ਐਂ ਨਹੀਂ ਹੁੰਦਾ। ਇੱਕ ਪਾਰਸ਼ਲ ਰਿਲੀਫ ਲੋਕਾਂ ਨੂੰ ਬਹੁਤ ਦਿੱਤੀ ਜਾ ਸਕਦੀ ਸੀ, ਅਜੇ ਵੀ ਦਿੱਤੀ ਜਾ ਸਕਦੀ ਹੈ। ਤੁਸੀਂ ਇੱਕ ਗੱਲ ਨਾ ਬੜੀ ਦੋ ਗੱਲਾਂ ਤੁਸੀਂ ਕਰ ਰਹੇ ਹੋਗੇ। ਇੱਕ ਗੱਲ ਤੁਸੀਂ ਕਹਿੰਦੇ ਹੋ ਕਿ ਜਿਹੜਾ ਅਧਿਆਤਮ ਆ ਉਹਦੇ 'ਚ ਚੀਜ਼ਾਂ ਵਾਪਰਦੀਆਂ ਨੇ, ਪਾਣਾ ਵਰਤਦਾ ਗਾ। ਦੂਜਾ ਤੁਸੀਂ ਕਹਿੰਦੇ ਹੋ ਬੰਦਾ ਐਨਾਲਿਟੀਕਲ ਵੀ ਹੋਣਾ ਚਾਹੀਦਾ, ਲੌਜੀਕਲ ਵੀ ਹੋਣਾ ਚਾਹੀਦਾ, ਜਿਹਨੇ ਫਰਕ ਪਾਉਣਾ, ਜਿਹਨੇ ਅਧਿਆਤਮ ਦੇ ਅੰਦਰ। ਤੇ ਅਧਿਆਤਮ ਤਾਂ ਇਸ ਗੱਲ ਦੀ ਮੰਗ ਕਰਦਾ ਹੋਊਗਾ ਕਿ ਨਹੀਂ, ਤੁਸੀਂ ਕਹਿੰਦੇ ਹੋ ਵੀ ਜਦੋਂ ਤੁਸੀਂ ਲੌਜਿਕ ਤੇ ਜਾਂਦੇ ਹੋ ਤੁਹਾਨੂੰ ਲੱਗਦਾ ਸ਼ਰਧਾ ਉੱਥੇ ਇੰਪੋਰਟੈਂਟ ਆ, ਫਿਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਇਹ ਕੰਟਰਡਿਕਟਰੀ ਨਹੀਂ ਹੈਗਾ। ਦੇਖੋ, ਅਧਿਆਤਮ ਵਾਲਾ ਬੰਦਾ ਇਸ ਤਰ੍ਹਾਂ ਆ ਕੇ ਪੋਲਿਟਿਕਸ 'ਚ ਸਰਗਰਮ ਨਹੀਂ ਹੁੰਦਾ, ਉਹਦਾ ਰੋਲ ਹੋਰ ਲੈਵਲ ਤੇ ਹੁੰਦਾ। ਉਹ ਇੱਕ ਪ੍ਰੇਰਨਾ ਦਿੰਦਾ, ਜਗਾਉਂਦਾ ਲੋਕਾਂ ਨੂੰ। ਹੁਣ ਜਿਹੜੇ ਲੋਕ ਜਾਗੇ ਨੇ, ਜੇ ਤਾਂ ਉਹ ਅੰਧ ਭਗਤ ਨੂੰ ਪਿੱਛ ਲੱਗਣ, ਫਿਰ ਤਾਂ ਉਹ ਜਾਗੇ ਨਹੀਂ। ਉਹਨਾਂ 'ਚ ਇਹ ਫੈਕਲਟੀ ਚਾਹੀਦੀ ਹੈ। ਅਨਫਾਰਚੂਨੇਟਲੀ ਸਾਡੀਆਂ ਪੰਥਕ ਧਿਰਾਂ 'ਚ ਵੀ ਇਹ ਮੈਨੂੰ ਬਹੁਤ ਅਫਸੋਸ ਹੁੰਦਾ ਹੈ। ਇੰਨੀਆਂ ਸ਼ਹੀਦੀਆਂ, ਇੰਨਾ ਖੂਨ ਡੁੱਲ ਗਿਆ, ਕੋਈ ਯਾਰ ਪ੍ਰੈਕਟਿਸ 'ਚ ਫਰਕ ਹੀ ਨਹੀਂ ਪੈ ਰਿਹਾ।
ਉਵੇਂ ਜੇ ਧੜੇ ਬਣੇ ਹੋਏ ਨੇ ਉਵੇਂ ਬੰਦੇ ਚੱਲੀ ਜਾਂਦੇ ਨੇ। ਇੱਕ ਦੂਜੇ ਦਾ ਲੱਭਦੇ ਰਹਿੰਦੇ ਨੇ, ਇਹਨੂੰ ਟਰੋਲ ਕਿਵੇਂ ਕਰੀਏ, ਇਹਨੂੰ ਕਿਵੇਂ ਕਰੀਏ? ਮਤਲਬ ਹੁਣ ਤੁਸੀਂ ਦੂਜੇ ਨੂੰ ਨਿੰਦ ਕੇ ਆਪ ਵੱਡੇ ਤਾਂ ਨਹੀਂ ਹੋ ਪੰਥ ਸਕਦੇ ਦੀਆਂ ਬਹੁਤ ਸਾਰੀਆਂ ਧਿਰਾਂ ਕਈ ਵਾਰ ਟਰੋਲਿੰਗ ਤੇ ਲੱਗੀਆਂ ਰਹਿੰਦੀਆਂ ਨੇ। ਫਿਰ ਕਿੰਨੀ ਉਹਨੂੰ ਲੱਗਦਾ ਤੰਗ ਜਗਮੇਰ ਨਜ਼ਰੀ ਸਿੰਘ ਦਾ ਲੱਭ ਲਓ, ਕੋਈ ਕਹਿੰਦਾ ਫਲਾਣੇ ਦਾ ਲੱਭ ਲਓ, ਕੋਈ ਕਹਿੰਦਾ ਧੌਂਕੇ ਦਾ ਲੱਭ ਲਓ, ਫੜ ਕੇ ਟਰੋਲ ਕਰਦੀ ਮਤਲਬ ਕਿੰਨੀ ਤੰਗ ਨਜ਼ਰੀ। ਮਤਲਬ ਟਰੋਲ ਹੀ ਪੋਲਿਟਿਕਸ ਹੋ ਗਈ। ਹਾਂ ਹੁਣ ਜਿਵੇਂ ਕਾਂਗਰਸ ਹੈ, ਕਾਂਗਰਸ ਚ ਐਤਕੀ ਇੱਕ ਫਰਕ ਜਿਹਾ ਦਿਸਿਆ ਨਾ ਵੀ ਬੰਦੇ ਯਾਰ ਕੋਈ ਉਹਦੇ ਖਿਲਾਫ ਬੋਲੀ ਜਾਂਦਾ, ਉਹਦੇ ਖਿਲਾਫ ਬੋਲੀ ਜਾਂਦਾ, ਸਾਰਿਆਂ ਨੂੰ ਐ ਬਣ ਗਿਆ ਵੀ ਇਹ ਤਾਂ ਗਈ ਬਸ, ਇਹ ਕੋਈ ਪਾਰਟੀ ਹੁੰਦੀ ਹੈ। ਪਰ ਪਾਰਟੀ ਐਂ ਹੋਣੀ ਚਾਹੀਦੀ ਐਕਚੁਅਲੀ ਤਾਂ। ਕਿਉਂ ਨਹੀਂ ਹੋਣਾ ਚਾਹੀਦਾ ਜਦੋਂ ਮਤਲਬ ਐਡੇ ਵੱਡੇ ਮਸਲੇ ਖੜੇ ਆ, ਐਡੇ ਸੰਕਟ ਹੈ, ਇੱਕੋ ਹੀ ਵਿਊ ਚੱਲੇ ਬਸ, ਭਿੜਨ ਦਿਓ। ਪਰ ਉਹ ਤੁਹਾਡਾ ਇੱਕ ਕਮਾਂਡਡ ਹੋਵੇ, ਨਹੀਂ ਅਨਾਰਕੀ ਹੋ ਜੂ। ਹੁੰਦਾ ਤਾਂ ਇਹ ਕੈਲਕੂਲੇਟਡ ਰਿਸਕ ਹੈ। ਮੌਜੇ ਤੁੰਗ ਨੇ ਲਿਆ ਸੀ ਕਲਚਰ ਰੈਵੋਲੂਸ਼ਨ ਵੇਲੇ, ਪਰ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਕਿਉਂਕਿ ਇੰਨੀ ਕਮਾਂਡ ਉਹਦੀ ਹੈ ਨਹੀਂ ਸੀ ਜਿੱਡਾ ਉਹ ਅਨਲੀਸ਼ ਹੋ ਗਈ ਅਨਾਰਕੀ। 2022 ਦੇ ਅੰਦਰ ਤੁਹਾਨੂੰ ਫਿਰ ਨਿਰਾਸ਼ਾ ਤੋਂ ਬਿਨਾਂ ਹੋਰ ਕੁਝ ਨਜ਼ਰ ਆਉਂਦਾ ਹੈਗਾ ਕਿ ਮੰਨ ਲਓ ਇੱਥੇ ਜਿਹੜੀ ਵੀ ਸਰਕਾਰ ਬਣਦੀ ਹੈ, ਕੁਝ ਵੀ ਹੋਵੇ, ਪਤਾ ਨਹੀਂ ਲੋਕਾਂ ਨੇ ਬਣਾਉਣੀ ਹੈ ਸਰਕਾਰ ਤਾਂ, ਜਾਂ ਤੁਹਾਨੂੰ ਲੱਗਦਾ ਵਾਇਆ 2022 ਪੰਜਾਬ ਬਿਲਕੁਲ ਨਹੀਂ? ਉਹ ਤਾਂ ਦੇਖੋ ਮੇਰਾ ਤਾਂ ਇਹ ਹੈ ਵੀ ਨਿਚੋੜ ਤਾਂ ਇਹ ਹੈ ਵੀ ਬਹੁਤੀ ਆਸ ਰੱਖ ਕੇ ਨਾ ਚੱਲੀਏ ਵੀ ਕੋਈ ਫੰਡਾਮੈਂਟਲ ਫਰਕ ਪਾ ਦੇਣਗੇ। ਜੇ ਕੋਈ ਪਾਰਸ਼ੀਅਲ ਵੀ ਪਾ ਦਿੰਦਾ, ਫਾਰ ਐਗਜ਼ਾਮਪਲ ਜੇ ਅੱਜ ਦੀ ਸਿਚੁਏਸ਼ਨ 'ਚ ਦੇਖੀਏ, ਅੱਜ ਦੀ ਸਿਚੁਏਸ਼ਨ 'ਚ ਤਾਂ ਇਹ ਹੈ ਵੀ ਯਾਰ ਜਿੰਨੀ ਕਰਪਸ਼ਨ ਫੈਲ ਗਈ ਆ, ਮਾਫੀਆ ਜਿਹਨੂੰ ਕਹਿੰਦੇ ਆ, ਬੰਦੇ 'ਚ ਬਿੱਲ ਹੋਵੇ, ਥੋੜਾ ਵਿਜ਼ਨ ਹੋਵੇ ਕਿਸੇ ਗਰੁੱਪ 'ਚ, ਤੇ ਉਹਨੂੰ ਮੈਂਡੇਟ ਮਿਲ ਜੇ, ਨਹੀਂ ਤਾਂ ਕੀ ਕਰੂ? ਆਪਣੇ ਕੋਲੇ ਵਿਜ਼ਨ ਹੋਵੇ, ਰੋਡ ਮੈਪ ਵੀ ਹੋਵੇ, ਵਿਲ ਵੀ ਹੋਵੇ, ਕਰਾਂਗੇ ਕੀ? ਸੋ ਫਾਰਚੂਨੇਟਲੀ ਔਰ ਅਨਫਾਰਚੂਨੇਟਲੀ ਹੋਣਾ ਤਾਂ ਇਹੀ ਹੈ ਵੀ ਇਹ ਜੋ ਸਿਸਟਮ ਦੇ ਵਿਧ ਹੀ ਨਹੀਂ। ਜਿਹੜੇ ਬੰਦੇ ਨੇ ਪਾਵਰ ਗੇਨ ਕਰਨੀ ਉਹ ਕੌਣ ਹੈ, ਕਿਹੋ ਜਿਹਾ ਹੈ? ਉਹ ਫਿਰ ਪਾਰਸ਼ੀਅਲ ਇੰਨਾ ਕੁ ਫਰਕ ਪਾ ਸਕਦਾ। ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿਹੜੇ ਸਿੱਖ ਸਰੋਕਾਰ ਹੈ ਉਹਨਾਂ ਦਾ ਕੁਝ ਨਹੀਂ ਹੋਣਾ। ਇਹਨਾਂ ਤੋਂ ਕਿਸੇ ਤੋਂ ਵੀ ਤੁਸੀਂ ਆਸ ਨਹੀਂ ਰੱਖ ਸਕਦੇ, ਜਿੰਨੀਆਂ ਵੀ ਸਰਗਰਮ ਧਿਰਾਂ ਸਣੇ ਕਿਸਾਨ ਮੋਰਚਾ, ਇਹ ਬਹੁਤ ਮਾੜੀ ਹਾਲਤ ਹੈ। ਇਹਦੇ 'ਚ ਸ਼ਾਇਦ ਕੁਛ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ, ਪੰਥਕ ਧਿਰਾਂ ਵੀ। ਇੰਨੀਆਂ ਕੁਰਬਾਨੀਆਂ, ਐਡਾ ਸੰਘਰਸ਼, ਸਭ ਕੁਝ ਦੇ ਬਾਵਜੂਦ ਐਡੀ ਕੁ ਵੀ ਕੋਈ ਧਿਰ ਨਾ ਬਣ ਸਕੀ ਵੀ ਇਹ ਘੱਟੋ ਘੱਟ ਇਲੈਕਸ਼ਨ ਦੇ ਪ੍ਰੋਸੈਸ ਨੂੰ ਕੁਝ ਪ੍ਰਭਾਵਿਤ ਕਰੇ। ਹੁਣ ਸਿਮਰਜੀਤ ਸਿੰਘ ਮਾਨ ਆ ਇਕੱਲੇ ਜਿਹੜੇ ਇਲੈਕਸ਼ਨ ਲੜੀ ਜਾਂਦੇ ਨੇ, ਪਰ ਉਹ ਮੇਰਾ ਹੈ ਵੀ ਹੀ ਇਜ਼ ਨਾਟ ਫਿਟ ਫਾਰ ਪਾਰਲੀਮੈਂਟਰੀ ਪੋਲਿਟਿਕਸ ਔਰ ਇਲੈਕਟਰਲ ਪੋਲਿਟਿਕਸ। ਉਹ ਕਨਫਲਿਕਟ ਪੋਲਿਟਿਕਸ ਵਾਲਾ ਬੰਦਾ, ਉਹਦੀ ਸਾਰੀ ਜਿਹੜੀ ਹੈਗੀ ਹੈ ਨਾ ਮਾਈਂਡ ਸੈਟ। ਪਰ ਇਹ ਜਿਹੜੀ ਵੋਟਾਂ ਦੇ ਬਾਈਕਾਟ ਵਾਲੀ ਰਾਜਨੀਤੀ ਹੈਗੀ, ਬਾਈਕਾਟ ਨਹੀਂ, ਇਲੈਕਟਰ ਦੀਆਂ ਧਿਰਾਂ ਵੀ ਕਰਦੀਆਂ ਨੇ ਤੇ ਕਈ ਨਹੀਂ, ਉਹ ਤਾਂ ਉਹਦੀ ਮਤਲਬ ਟੈਕਨੀਕਲੀ ਨਹੀਂ ਹੋਣਾ ਚਾਹੀਦਾ। ਟੈਕਟੀਕਲੀ ਗਲਤ ਹੈ, ਸਟ੍ਰੈਟਜੀਕਲੀ ਠੀਕ ਹੈ। ਫਲੈਕਸੀਬਿਲਿਟੀ ਕੋਈ ਨਾ ਕੋਈ ਕਿਵੇਂ ਜੇ ਹੋਵੇ, ਇਹਦੇ ਕੋਈ ਘੜੇ ਘੜਾਏ ਅਜੇ ਹੈ ਨਹੀਂ। ਇਹ ਤਾਂ ਮਤਲਬ ਐਕਸਪੈਰੀਮੈਂਟ ਹੋਣੇ ਹੈ ਨਾ, ਅਜੇ ਤੱਕ ਕੋਈ ਚੰਗਾ ਐਕਸਪੈਰੀਮੈਂਟ ਹੋਇਆ ਨਹੀਂ। ਫਿਰ ਜਿਹੜਾ ਪਿਛਲਾ ਬਾਈਕਾਟ ਹੋਇਆ ਸੀਗਾ 92 ਵਾਲਾ, ਉਹ ਗਲਤ ਸੀ ਜਾਂ ਠੀਕ ਸੀ? ਉਹ ਬਿਲਕੁਲ ਇੰਟਾਇਰਲੀ ਡਿਫਰੈਂਟ ਜਿਹੜਾ ਐਡੀ ਵੱਡੀ ਆਰਮਡ ਸਟਰਗਲ ਖੜੀ ਹੋ ਗਈ, ਉਹ ਸਿਚੁਏਸ਼ਨ ਅੱਜ ਥੋੜਾ ਹੈ। ਪਰ ਮਾਨੋ ਚੱਲ ਹੋਰੀ ਕਹਿ ਰਹੇ ਸੀਗੇ, ਮਾਨੋ ਚੱਲ ਹੋਰੀ ਪੱਖ ਉਹ ਕਹੀ ਜਾਣ, ਮਤਲਬ ਐ ਤਾਂ ਇੱਕ ਵਿੱਚ ਧਿਰਾਂ ਕਹਿੰਦੀਆਂ ਹੁੰਦੀਆਂ, ਪਰ ਤੁਸੀਂ ਮਾਨੋ ਚਾਲ ਕਿੱਡੀ ਕੁ ਧਿਰ ਸੀ ਤੇ ਕਿੱਡਾ ਵੱਡੀ ਧਿਰ ਬਾਈਕਾਟ ਕਰ ਰਹੀ ਸੀ। ਛੋਟੀ ਧਿਰ ਦੇ ਕਹੇ ਤੋਂ ਵੀ ਤੁਹਾਡੀ ਪੋਜੀਸ਼ਨ ਉਹਨਾਂ ਨਾਲ ਰਲਦੀ ਸੀ, ਇਸ ਕਰਕੇ ਤੁਸੀਂ ਇਹ ਕਹੋ ਕਿ ਨਹੀਂ ਮੇਰੀ ਰਲਦੀ ਨਹੀਂ। ਮੈਂ ਤਾਂ ਕੀ ਆ, ਮੇਰੀ ਤਾਂ ਇੰਡੀਪੈਂਡੈਂਟ ਸੀਗੀ ਇਸ ਟਾਈਮ ਤੋਂ ਪਹਿਲਾਂ ਹੀ। ਮੈਂ ਕਿਹਾ 1969 ਤੋਂ ਹੀ ਕਹੀ ਜਾਂਦੇ ਆ। ਪਰ ਕੁਝ ਲੋਕ ਉਹਦੇ ਅੱਜ ਤੱਕ ਕਹਿੰਦੇ ਆ ਨਾ ਕਿ ਨਾ ਕਰਦੇ ਵਧੀਆ ਹੁੰਦਾ, ਉਹ ਤਾਂ ਉਹ ਬਾਈਕਾਟ ਨਾ ਹੋਇਆ ਹੁੰਦਾ, ਚੋਣਾਂ ਨੂੰ ਆਪਣੇ ਜਿਵੇਂ ਹੁਣ ਜੋ ਸਟੇਟਮੈਂਟ ਹੁਣ ਤੁਹਾਡੀ ਹੈ, ਹਾਂ, ਕਿ ਜੇ ਟੈਕਟੀਕਲੀ ਲਿਆ ਹੁੰਦਾ ਇੱਕ ਨਹੀਂ ਉਹ ਚੋਣਾਂ ਮੈਂ ਕਹਿਣਾ ਜੇ ਉਹ ਚੋਣਾਂ 'ਚ ਹੁੰਦਾ, ਤੁਹਾਡੀ ਆਰਮਡ ਸਟਰਗਲ ਦੀ ਜਸਟੀਫਿਕੇਸ਼ਨ ਕੀ ਰਹਿ ਜਾਣੀ ਸੀ? ਇੰਨੀਆਂ ਸ਼ਹਾਦਤਾਂ ਦੀ, ਸਭ ਕੁਝ ਦੀ ਕੀ ਜਸਟੀਫਿਕੇਸ਼ਨ ਸੀ? ਉਹਨੇ ਇੱਕ ਆਪਦਾ ਪ੍ਰੋਸੈਸ ਹੰਡਾਉਣਾ ਸੀ ਉਸ ਪੇਜ ਨੇ। ਇਹ ਉਦੋਂ ਨੈਕਸਟ ਸਟੈਪ। ਜਸਟੀਫਿਕੇਸ਼ਨ ਕਿਉਂ ਨਾ ਹੁੰਦੀ? ਲਿਟਿਆਂ ਦੀ ਮੈਂ ਗੱਲ ਕਰਦਾ। ਲਿਟਿਆਂ ਦੇ ਕੋਲ ਆਰਮਡ ਸਟਰਗਲ ਵੀ ਸੀ ਤੇ ਉਹਨਾਂ ਦੇ ਐਮਪੀ ਵੀ ਜਿੱਤ ਕੇ ਜਾਂਦੇ ਸੀ, ਉਹਨਾਂ ਦੇ ਬੰਦੇ ਜਿੱਤਦੇ ਰਹੇ, ਔਰ ਜਦੋਂ ਉਹਨਾਂ ਦੇ ਉੱਤੇ ਬਹੁਤ ਵੱਡੀ ਉਹ ਸਾਰਾ ਚੱਲਿਆ। ਨਹੀਂ, ਇਹ ਨਹੀਂ ਵੀ ਇਹ ਗੱਲ ਪ੍ਰਿੰਸੀਪਲੀ ਗਲਤ ਹੁੰਦੀ ਹੈ। ਸਾਡੇ ਉਹ ਕੰਡੀਸ਼ਨਸ ਨਹੀਂ ਸੀ। ਮੈਂ ਪਹਿਲਾਂ ਵੀ ਕਿਸੇ ਨੇ ਇੰਟਰਵਿਊ ਦੇ ਵਿੱਚ ਇਹ ਗੱਲ ਲਿਆਂਦੀ ਹੈ, ਤੁਹਾਨੂੰ ਉਹ ਸਾਰੀਆਂ ਉਹਦਾ ਜੇ ਖੜੇ ਹੁੰਦੇ, ਮੰਨ ਲਓ ਚੋਣ ਲੜਦੇ, ਕੀ ਹੁੰਦਾ? ਕਸ਼ਮੀਰ ਵਾਲਾ ਹਾਲ ਹੋ ਜਾਂਦਾ 89 ਵਾਲਾ।
ਨਹੀਂ। ਚੱਕ ਕੇ ਜੇ ਜਿੱਤ ਵੀ ਗਏ ਬਾਅਦ ਚ ਉਹਨਾਂ ਨੂੰ- ਜੋ ਉੱਥੇ ਕੰਡੀਸ਼ਨ ਸੀ ਮੈਨੂੰ ਪਤਾ ਹੈ, ਉਹ ਇੱਕ ਦੂਜੇ ਦੇ ਕਤਲ ਇੰਨੇ ਹੋਣੇ ਸੀ, ਅਸੀਂ ਸ਼ਰਮਸ਼ਾਰ ਹੋਣਾ ਸੀ ਕੌਮ ਨੇ, ਆਪਸ ਧਿਰਾਂ ਨਹੀਂ ਲੜ ਲੜ ਮਰ ਜਾਣਾ ਸੀ। ਮਰਨਾ ਹੀ ਸੀਗਾ। ਜਦੋਂ ਮਤਲਬ ਇੱਕ ਬੰਦੇ ਦੀ ਕਹਿੰਦਾ ਮੈਂ ਚੀਫ ਮਿਨਿਸਟਰ ਬਣਨਾ ਹੈ, ਉਹਦੇ ਪਿੱਛੇ ਹਥਿਆਰਬੰਦ ਸੰਘਰਸ਼ ਵਾਲਾ ਧੜਾ ਹੈ, ਉਹ 65 ਸੀਟਾਂ ਮੰਗ ਰਿਹਾ ਕੱਲਾ। ਹੁਣ ਜੇ ਤੁਸੀਂ ਨਹੀਂ ਦਿਓਗੇ, ਜੇ ਦਿਓਗੇ ਦੂਜੇ ਆਉਣਗੇ। ਆਰਮਡ ਸਟਰਗਲ ਜਦੋਂ ਡਿਵਾਈਡਡ ਹੈ ਏਡੀ, ਉਹਦੇ ਵਿੱਚ ਤੁਸੀਂ ਕੋਈ ਸਾਂਝਾ ਫੈਸਲਾ ਕਰ ਸਕੋ। ਐਵੇਂ ਲੋਕ ਹੁਣ ਅੱਜ ਸਬਜੈਕਟਿਵ ਹੋ ਕੇ ਵੀ ਉਦੋਂ ਕੀ ਸੀ ਪਤਾ, ਬੰਦੇ ਕਿੱਡੇ ਉਹਨਾਂ ਨੇ ਕਿੰਨਾ ਉਸ 'ਚ ਹੱਲ ਜ਼ੋਰ ਲਾਇਆ ਵੀ ਯਾਰ ਕੋਈ ਹੱਲ ਨਿਕਲਦਾ। ਮੈਨੂੰ ਪਤਾ ਭਾਈ ਦਲਜੀਤ ਸਿੰਘ ਬਿੱਟੂ ਨੇ ਰਿਸਕ ਲੈ ਕੇ ਅਰੈਸਟ ਦੇ, ਉਹ ਕਿਹੜੇ ਕਿਹੜੇ ਬੰਦਿਆਂ ਨੂੰ ਮਿਲਿਆ ਵੀ ਜੇ ਜਿਹੜੇ ਦੂਜੇ ਨੇ ਮੋਡਰੇਟ ਉਹ ਇਕੱਠੇ ਹੀ ਹੋ ਜਾਣ, ਅਸੀਂ ਨਾ ਲੜੀਏ, ਉਹ ਲੜਦਾ। ਉਹੀ ਲੜ ਲੈਣ। ਪਰ ਤੁਸੀਂ ਅੱਜ ਦੇਖ ਲਓ ਯਾਰ, ਜਿਹੜੇ ਬੰਦੇ ਏਡੇ ਖੁਦਗਰਜ਼ ਹੈ, ਕੋਈ ਕਿਸੇ ਨੂੰ ਕੋਈ ਛੱਡਣ ਨੂੰ ਤਿਆਰ ਹੈ। ਸੋ ਇਹ ਕੌਮ ਦੀ ਜੋ ਹਾਲਤ ਸੀ, ਤੁਸੀਂ ਉਹਦੀ ਇੱਕ ਮਤਲਬ ਨਾ ਉਸ ਨੂੰ ਧਿਆਨ 'ਚ ਨਹੀਂ ਰੱਖਦੇ। ਇੱਕ ਜਨਰਲ ਕੁਐਸਚਨ ਵੀ ਯਾਰ ਜੇ ਐਂ ਹੋ ਜਾਂਦਾ, ਐਂ ਹੋ ਜਾਂਦਾ। 89 'ਚ ਗੱਲ ਹੋਰ ਸੀ, 89 'ਚ ਮੂਵਮੈਂਟ ਇੰਨੀ ਡਿਵਾਈਡਡ ਨਹੀਂ ਸੀ। ਦੂਜੀ ਗੱਲ, ਉਹਦੇ 'ਚ ਕੋਈ ਦਖਲ ਹੀ ਨਹੀਂ ਦਿੱਤਾ ਕਿਸੇ ਨੇ, ਉਹ ਆਪਣੇ ਆਪ। ਪਰ ਬਹੁਤ ਸਾਰੀਆਂ ਧਿਰਾਂ ਨੇ ਕਿਹਾ ਕਿ 92 ਦੀਆਂ ਚੋਣਾਂ ਤੋਂ ਬਾਅਦ ਹੀ ਜ਼ਬਰ ਫਿਰ ਬਹੁਤ ਤਿੱਖਾ ਵਧਿਆ। ਉਹਦਾ ਹੋਣਾ ਹੀ ਸੀਗਾ, ਫਿਰ ਉਹ ਸਾਡੇ ਹੱਥੋਂ ਹੁੰਦਾ, ਉਹਨਾਂ ਹੱਥੋਂ ਹੁੰਦਾ। ਮੈਂ ਕਹਿੰਦਾ ਹੁਣ ਤਾਂ ਅਸੀਂ ਵੀ ਕਿਤੇ ਰੋਣ ਪਿੱਟਣ ਜੋਗੇ ਤਾਂ ਹਾਂ ਵੀ ਸਾਡੇ ਨਾਲ ਆ ਹੋਇਆ। ਜੇ ਆਪਦਿਆਂ ਹੱਥੋਂ ਹੁੰਦਾ, ਹੁਣ ਬੰਦਿਆਂ ਨੂੰ ਨਹੀਂ ਪਤਾ, ਬੰਦਿਆਂ ਨੂੰ ਨਹੀਂ ਜਾਣਦੇ ਬੰਦੇ ਕੀ ਸੀਗੇ ਜਿਹੜੇ ਸੱਤਾ 'ਚ ਆਉਣ ਨੂੰ ਖੱਬੀਆਂ ਖਾ ਰਹੇ ਸੀ। ਚਲੋ ਉਹ ਇੱਕ ਵੱਖਰੀ ਗੱਲ ਆ, ਮੇਰਾ ਖਿਆਲ ਆਪਾਂ ਪ੍ਰੈਜੈਂਟ ਤੇ ਹੀ ਥੋੜਾ ਜਿਹਾ, ਹਾਂ ਉਹ ਐਂਡਲੈਸ ਡਿਬੇਟ ਹੈ ਨਾ। ਸਾਡੀ ਗੱਲ ਨਾਲ ਕਿਸੇ ਨੇ ਸਹਿਮਤ ਹੋਣਾ, ਜਿਹੜੇ ਬੰਦਿਆਂ ਨੂੰ ਉਹਨਾਂ ਹਾਲਤਾਂ ਦਾ ਪਤਾ ਨਹੀਂ ਤੇ ਜਿਹੜਿਆਂ ਕੋਲੇ ਜਾਓ ਵਿਜਨ ਨਹੀਂ। ਖਾਸ ਤੌਰ ਤੇ ਸੰਧੂ ਵਾਲੀ ਗੱਲ ਚਲੋ ਪਹਿਲਾਂ ਵੀ ਆਈ ਹੋਈ ਹੈ, ਉਹ ਵੀ ਆਈ ਹੋਈ ਹੈ, ਇਹ ਉੱਠਦੀਆਂ ਰਹਿਣੀਆਂ। ਧੜੇ ਨੇ ਬਾਰ-ਬਾਰ ਇਹ ਗੱਲ ਕਹੀ ਆ। ਪਿਛਲੇ ਇੰਟਰਵਿਊ 'ਚ ਵੀ ਮੈਂ ਸਵਾਲ ਨਹੀਂ ਕਰ ਸਕਿਆ, ਉਹਨਾਂ ਨੇ ਕਿਹਾ ਜੀ ਤੁਸੀਂ ਕਿਉਂ ਨਹੀਂ ਪੁੱਛਿਆ ਜਮੇਰ ਸਿੰਘ ਤੋਂ, ਉਹਦਾ ਸੰਧੂ ਦਾ ਬਹੁਤ। ਹੁਣ ਯਾਰ ਉਸ ਧੜੇ ਦਾ ਇੱਕ ਬਹੁਤ ਪ੍ਰੋਮੀਨੈਂਟ ਬੰਦਾ ਲਿਖ ਰਿਹਾ ਲੇਖ 85 'ਚ, ਐਤਕੀ ਹੱਕ ਸਾਡਾ ਬਣਦਾ ਹੈ ਰਾਜ ਕਰਨ ਦਾ, ਕਿਉਂਕਿ ਬੰਦੇ ਸਾਡੇ ਮਰੇ ਨੇ। ਸੋਚ ਸਕਦਾ, ਸਬੂਤ ਪਿਆ ਮੇਰੇ ਕੋਲ, ਲੇਖ ਪਿਆ। ਜਿਹੜੇ ਬੰਦਿਆਂ ਦੀ ਸੋਚ ਆ ਹੈ ਵੀ ਸਾਡੇ ਬੰਦੇ ਮਰੇ, ਸਾਨੂੰ ਰਾਜ ਕਰਨ ਦਾ ਹੱਕ ਹੈ। ਮੈਂ ਰਾਜ ਕਰਨ ਦੇ ਹੱਕ ਆਏ ਹੁੰਦੇ ਆ ਲਾਸ਼ਾਂ ਤੇ। ਸੋ ਉਹ ਛੱਡੋ, ਉਹ ਬੰਦਿਆਂ ਨੂੰ ਨਹੀਂ ਪਤਾ, ਇਹ ਡਿਬੇਟ ਚੱਲਦੀ ਰਹੀ। ਮੈਂ ਕਹਿ ਰਿਹਾਗਾ ਕਿ ਕਦੇ ਸਾਰੇ ਕਾਸੇ 'ਚ, ਜਿਵੇਂ ਕਿਸਾਨ ਅੰਦੋਲਨ ਦੇ ਟਾਈਮ ਇਹ ਹੋਇਆ ਕਿ ਕਿਸਾਨ ਅੰਦੋਲਨ ਜਦੋਂ ਗਿਆ, ਉਦੋਂ ਨਾ ਉਹ ਲੈਫਟ ਸੀ, ਨਾ ਰਾਈਟ ਸੀ, ਨਾ ਸੈਂਟਰ ਸੀ, ਐਂ ਗਿਆ ਨਾ। ਸਾਰਾ ਕੁਝ ਹੀ ਸੀ, ਜਾਂ ਕਹਦੀ ਲੈਫਟ ਵੀ ਸੀ, ਰਾਈਟ ਵੀ ਸੀ, ਸੈਂਟਰ ਵੀ ਸੀਗਾ। ਔਰ ਉਹ ਬਹੁਤ ਚਨਪੋਲ ਲੋਕ, ਬਹੁਤ ਲੋਕ ਗਏ ਹੋਏ ਸੀਗੇ ਨਾ, ਜਦੋਂ ਗਏ ਨੇ ਉਦੋਂ ਗਏ ਨੇ। ਮੈਂ ਕਹਿ ਰਿਹਾ ਕਦੇ ਹੁਣ ਤੁਹਾਨੂੰ ਕੀ ਲੱਗਦਾ, ਕੁਝ ਦਿਖ ਰਿਹਾ ਅੱਗੇ ਨਜ਼ਰ ਆ ਰਿਹਾ ਹੈਗਾ? ਤੁਸੀਂ ਦੋ ਰਾਹ ਦੀ ਗੱਲ ਕਰਦੇ ਹੋ। ਇੱਕ ਰਾਹ ਤੁਸੀਂ ਕਹਿੰਦੇ ਉਹਦੇ ਹੱਥ ਮਾਲਾ, ਜਿਹਦੇ ਚੋਂ ਚੀਜ਼ਾਂ ਵਾਪਰਨਗੀਆਂ। ਇੱਕ ਦੂਜਾ ਰਾਹ ਜਿਹੜੇ ਦੂਜੇ ਲੋਕ ਕਹਿੰਦੇ ਨੇ ਆਪਣੇ ਆਪਣੇ ਤਰਕ ਨੇ, ਸਭ ਦੇ ਆਪਣੀ ਆਪਣੀ ਜਾਂ ਗੱਲ ਆ ਗਈ। ਮੈਂ ਤੁਹਾਨੂੰ ਪੁੱਛਦਾ, ਕੁਝ ਹੁਣ ਤੁਸੀਂ ਕਹਿੰਦੇ ਨਜ਼ਰ ਵਾਲੀ ਗੱਲ, ਤੁਸੀਂ ਕਹਿੰਦੇ ਉਹਦੇ ਹੱਥ 'ਚ ਕੁਝ ਨਜ਼ਰ ਨਹੀਂ ਆ ਸਕਦਾ ਤਾਂ ਇੱਕੋ ਦਮ ਹੋਊਗਾ। ਤੁਹਾਨੂੰ ਲੱਗਦਾ ਫਿਰ ਕੋਈ ਅੱਗੇ ਕੀ ਹੋ, ਅੱਗੇ ਕੀ ਹੈ, ਜਾਂ ਉਸੇ ਛੱਡ ਕੇ ਬੈਠ ਜਾ ਸਕਦਾ? ਦੇਖੋ ਇਹ ਤਾਂ ਹੁਣ ਆਪੋ ਆਪਣੀ ਦ੍ਰਿਸ਼ਟੀ ਹੈ ਹਨਾ। ਮੇਰੀ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਕਿ ਜੋ ਪਰਮਾਤਮਾ ਕਰੂ ਠੀਕ ਕਰੂਗਾ। ਨਹੀਂ, ਛੱਡਣਾ ਤਾਂ ਅਖੀਰ ਅਲਟੀਮੇਟਲੀ ਉਹ ਤੇ ਹੁੰਦਾ। ਮੈਂ ਤਾਂ ਬਹੁਤ ਵਾਰ ਇਹ ਗੱਲ ਲਿਆਂਦੇ ਵੀ ਹੁਣ ਬੰਦੇ ਦੇ ਵੱਸ ਦਾ ਰੋਗ ਨਹੀਂ, ਜਦੋਂ ਤੱਕ ਗੱਲ ਜਾ ਚੁੱਕੀ ਹੈ। ਦੂਜੀ ਗੱਲ, ਮੇਰੀ ਇਹ ਧਾਰਨਾ ਹੈ, ਅਜੇ ਕੁਛ ਵੀ ਨਹੀਂ, ਅਜੇ ਇਦੂ ਵਿਰਾਟ ਰੂਪ ਆਉਣਾ ਹੈ ਨਿਗਾਰ ਦਾ, ਉਹਦੇ ਵਾਸਤੇ ਵੀ ਤਿਆਰ ਰਹੋ। ਇਹ ਤਾਂ ਸਭ ਤੁਸੀਂ ਲਗਾਤਾਰ ਮਤਲਬ ਪਿਛਲੀ ਇਲੈਕਸ਼ਨ ਨਾਲ ਇਹਦਾ ਫਰਕ, ਇਹਦੇ ਨਾਲ ਅਗਲੀ ਦਾ ਫਰਕ। ਯਾਰ ਕਿੰਨੀ ਆਸ ਜਗਾਈ ਕਿਸਾਨ ਅੰਦੋਲਨ ਨੇ। ਡਾਕਟਰ ਸਵਾਇਮਾਨ ਵਰਗੇ ਬੰਦੇ ਆਈਡਲਿਸਟ ਸੀ ਨਾ ਵਿਚਾਰੇ, ਤੇ ਟੋਟਲੀ ਇਨੋਸੈਂਟ, ਕੁਝ ਨਹੀਂ ਆਉਂਦਾ। ਇੱਕ ਇਹ ਮੈਨੂੰ ਪ੍ਰੋਬਲਮ ਮਤਲਬ ਸਾਡੇ ਵੇਲਿਆਂ ਨਾਲੋਂ ਨਾ ਬੰਦੇ ਉਦੋਂ ਵੀ ਨਵੇਂ ਆਉਂਦੇ ਸੀ, ਉਦੋਂ ਵੀ ਇਨੋਸੈਂਟ ਹੁੰਦੇ ਸੀ, ਉਦੋਂ ਵੀ ਆਈਡਲਿਸਟ ਹੁੰਦੇ ਸੀ। ਉਹਨਾਂ ਦਾ ਲਰਨਿੰਗ ਦਾ ਐਟੀਟਿਊਡ ਬਹੁਤ ਹੁੰਦਾ ਸੀ ਵੀ ਲਰਨ ਕਰੀਏ ਸਾਰੇ ਪ੍ਰੋਸੈਸ 'ਚੋਂ। ਹੁਣ ਤਾਂ ਬੰਦਾ ਲਰਨ ਕਰਨ ਦਾ ਤਾਂ ਕਿਤੇ ਏਜੰਡਾ ਹੀ ਨਹੀਂ। ਹੁਣ ਹਰ ਬੰਦਾ ਕਹਿੰਦਾ ਮੈਂ ਮਾਸਟਰ ਹਾਂ। ਨਹੀਂ, ਉਹ ਤਾਂ ਹੁਣ ਮਤਲਬ ਦੂਜਿਆਂ ਨੂੰ ਉਪਦੇਸ਼ ਦਿੰਦਾ, ਫਤਵੇ ਤੇ ਉਪਦੇਸ਼।
ਤੁਹਾਡੇ ਵਿਰੋਧੀ ਤੁਹਾਡੇ ਬਾਰੇ ਕਹਿੰਦੇ ਕਿ ਤੁਸੀਂ ਉਪਦੇਸ਼ ਦਿੰਦੇ ਹੋ, ਤੁਸੀਂ ਫਤਵੇ ਦਿੰਦੇ ਹੋ। ਚਲੋ ਮੇਰੇ ਉਹ ਕਹੀ ਜਾਣ, ਉਹ ਤਾਂ ਮੈਂ ਉਹ ਕੋਈ ਕਹਿ ਸਕਦਾ ਹੈ, ਹੁੰਦਾ ਵੀ ਆ ਮਤਲਬ ਇਸ ਤਰ੍ਹਾਂ। ਹੁਣ ਮੇਰੀਆਂ ਧਾਰਨਾਵਾਂ ਨੇ ਬੜੀਆਂ ਸਟਰੋਂਗ ਧਾਰਨਾਵਾਂ ਨੇ ਨਾ, ਪਰ ਮੇਰੀਆਂ ਇੱਕ ਪ੍ਰੈਕਟਿਸ ਚੋਂ ਨਿਕਲੀਆਂ, ਇੱਕ ਐਕਸਪੀਰੀਅੰਸ ਚੋਂ ਨਿਕਲੀਆਂ ਹੋਈ ਧਾਰਨਾਵਾਂ। ਮੈਂ ਕਹਿੰਦਾ ਜਿਹੜੇ ਬੰਦਿਆਂ ਦਾ ਯਾਰ ਕੋਈ ਐਕਸਪੀਰੀਅੰਸ ਨਹੀਂ, ਜਿਵੇਂ ਡਾਕਟਰ ਸਾਹਿਬਾਨ ਹੈ, ਟੋਟਲੀ ਰਾਹ ਬੰਦਾ ਨਾ, ਉਹਦੇ ਤਾਂ ਅਜੇ ਬਹੁਤ ਕੁਝ ਸਿੱਖਣ ਨੂੰ ਹੈ, ਪਰ ਉਹ ਸਿਖਾਉਣ ਤੁਰ ਪਿਆ। ਐਂ ਵਾਪਰਦਾ ਉਹਨੇ, ਫਿਰ ਕੀ ਸਿੱਖਣਾ ਬੰਦੇ ਨੇ? ਹੋਰ 10 ਸਾਲ 'ਚ ਵੀ ਦਾੜੀ ਹੋਰ ਚਿੱਟੀ ਹੋ ਜੂ, ਹੋਰ ਕੋਈ ਪਰ ਜੇ ਐਟੀਟਿਊਡ ਨਾ ਬਦਲਿਆ, ਇਹ ਐਟੀਟਿਊਡ ਮੈਨੂੰ ਡਿਸਟਰਬ ਕਰਦਾ ਹੈ। ਸੋ ਇਸ ਕਰਕੇ ਇਹ ਇਲੈਕਸ਼ਨ ਦੇ ਵਿੱਚੋਂ ਮੈਂ ਕਹਿੰਦਾ ਵੱਡੀ ਆਸ ਕੋਈ ਨਾ ਰੱਖੋ, ਪਰ ਇਹਦਾ ਆਊਟਕਮ ਕੀ ਹੁੰਦਾ ਹੈ, ਉਹਨੇ ਮਾਰਜਨਲ ਫਰਕ ਫਿਰ ਵੀ ਪਾਉਣਾ ਹੈ। ਮੇਰੇ ਮਤਲਬ ਮੇਰੀਆਂ ਵੀ ਹੈਗੀਆਂ ਪਸੰਦਾਂ ਨਾ ਪਸੰਦਾਂ ਜੀ ਜੀ। ਹਾਂ, ਮਤਲਬ ਮੈਨੂੰ ਇਹ ਲੱਗਦਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਆਉਣਾ ਸ਼ਾਇਦ ਉਹ ਬਹੁਤ ਘਾਤਕ ਹੋ, ਇਹ ਬੰਦਿਆਂ ਨੂੰ ਕਈਆਂ ਨੂੰ ਬੜੀ ਓਪਰੀ ਗੱਲ ਲੱਗ ਸਕਦੀ ਹੈ, ਪੰਥ ਵਾਸਤੇ ਵੀ ਤੇ ਪੰਜਾਬ ਵਾਸਤੇ ਵੀ। ਉਹਨਾਂ ਕੋਲ ਕੁਛ ਵੀ ਨਹੀਂ, ਨਾ ਇਮਾਨਦਾਰੀ ਹੈ, ਨਾ ਉਹਨਾਂ ਕੋਲ ਕੋਈ ਸੋਚ ਹੈ। ਬਾਕੀਆਂ ਕੋਲ ਕੀ ਹੈਗਾ? ਬਾਕੀਆਂ ਕੋਲੇ ਕੁਛ ਨਹੀਂ, ਪਰ ਚਲੋ ਫੇਰ ਵੀ ਉਹਨਾਂ ਦੀ ਨਾ ਕੋਈ ਲੈ ਹੈਗੀ ਹੈ, ਜ਼ਿੰਮੇਵਾਰੀ ਹੈ। ਇਹਨਾਂ ਦਾ ਕੀ ਜਾਊ? ਤੂੰ ਬੰਦੇ ਤਾਂ ਦੇਖ ਕੇ ਹੋ ਜੇ ਨਾ, ਉਹਨਾਂ ਦੇ ਕੈਰੀਅਰ ਤਬਾਹ ਹੁੰਦੇ ਆ, ਉਹਨਾਂ ਨੂੰ ਕੀਮਤ ਦੇਣੀ ਪੈਂਦੀ ਹੈ। ਇਹਨਾਂ ਤਾਂ ਇੱਕ ਸੁਪਨਾ ਜਿਹਾ ਸੀ, ਟੁੱਟ ਜੂਗਾ, ਫਿਰ ਕੀ ਹੋ ਜੂ? ਕੋਈ ਫਰਸਟ੍ਰੇਟ ਹੋ ਜਾਣਗੇ, ਕੋਈ ਹੋਰ ਵੱਧ ਸ਼ਰਾਬ ਪੀਣ ਲੱਗ ਜਾਣਗੇ। ਉਹਨਾਂ ਦੇ ਕੋਈ ਬਹੁਤ ਵੱਡੇ ਸਟੇਕਸ ਨਹੀਂ, ਇਹੋ ਜਿਹੇ ਬੰਦੇ ਬਹੁਤ ਖਤਰਨਾਕ ਹੁੰਦੇ। ਤੇ ਜਿਵੇਂ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਪੋਜੀਸ਼ਨ ਲਈ ਹੈ, ਜਿਸ ਹਿਸਾਬ ਨਾਲ ਇਕੱਲੀ ਇਹ ਤੇ ਨਹੀਂ, ਪਿਛਲੇ ਸਾਰੇ ਪੀਰੀਅਡ ਦੇ ਵਿੱਚ ਸ਼ਹੀਨ ਬਾਗ ਦੇ ਮਾਮਲੇ ਤੋਂ ਲੈ ਕੇ, JNU ਦੇ ਮਾਮਲੇ ਤੋਂ ਲੈ ਕੇ, ਕਸ਼ਮੀਰ ਦੇ ਮਾਮਲੇ ਤੋਂ ਲੈ ਕੇ, ਮਤਲਬ ਕਿਤੇ ਤਾਂ ਕੋਈ ਫਰਕ ਹੋਵੇ ਹਿੰਦੂਤਵਾ ਨਾਲੋਂ, ਹੋਰ ਕਿਸੇ ਤੋਂ ਕੁਛ ਨਾ ਕੁਛ ਤਾਂ ਆਸ ਹੋਊਗਾ। ਬੀਜੇਪੀ ਨਾਲ ਹੀ ਕੋਈ ਵੱਡੇ ਵਿਰੋਧ 'ਚੋਂ ਬੰਦੇ ਕੋਈ ਪੋਜੀਸ਼ਨਾਂ ਲੈ ਰਹੇ ਨੇ। ਕਾਂਗਰਸ ਨੂੰ ਤਾਂ ਲੈਣੀਆਂ ਪੈਣਗੀਆਂ, ਕਾਂਗਰਸ ਕੋਲ, ਅਦਰਵਾਈਜ਼ ਕਾਂਗਰਸ ਦਾ ਉਹਦਾ ਖੜਨ ਦਾ ਆਧਾਰ ਕੀ ਹੈ? ਤਾਂ ਹੀ ਉਹਦੇ ਝੁੱਟ ਭੱਜ ਹੋ ਰਹੀ ਹੈ ਸਾਰੀ। ਅਕਾਲੀ ਦਲ 2022 ਚ ਮਤਲਬ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ? ਅਕਾਲੀ ਦਲ ਦਾ ਨਹੀਂ ਹੁਣ ਮਤਲਬ ਉਹਨਾਂ 'ਚ ਨਾ ਬੰਦਿਆਂ ਦੇ ਵਿੱਚ ਕੋਈ ਸਮਰੱਥਾ ਨਹੀਂ। ਇੱਕ ਸੰਕਟ 'ਚੋਂ ਕੱਢ ਸਕਦਾ ਹੁੰਦਾ ਕੋਈ ਲੀਡਰ ਜਿਹਦੇ ਕੋਲ ਵੱਡੀ ਦ੍ਰਿਸ਼ਟੀ ਹੋਵੇ ਤੇ ਇੱਕ ਕਮਿਟਮੈਂਟ ਹੋਵੇ ਤਕੜੀ, ਜਿਹਦੀ ਕਮਿਟਮੈਂਟ ਸਿਰਫ ਆਪਦੇ ਨਾਲ ਹੈ। ਜਦੋਂ ਇਸ ਹੱਦ ਤੱਕ ਕੋਈ ਆਰਗੇਨਾਈਜੇਸ਼ਨ ਕਰਪਟ ਹੋ ਜੇ ਨਾ, ਉਹਦੇ 'ਚੋਂ ਨਹੀਂ। ਕਿਸਾਨ ਮੋਰਚਾ ਮਤਲਬ ਅਜੇ ਕੁਛ ਨਹੀਂ ਕਹਿ ਸਕਦੇ। ਕਿ ਆਓ ਇੱਕ ਸੀਟ ਉਹਨਾਂ ਨੂੰ ਪਤਾ ਨਹੀਂ ਹੁਣ, ਮੈਂ ਤਾਂ ਕਿਤੇ ਮੈਨੂੰ ਬਹੁਤਾ ਜੇ ਆ ਵੀ ਜਾਊ, ਮੈਂ ਕਹਿਣਾ 4 ਵੀ ਆ ਜਾਣ, ਇਹਦੇ ਨਾਲ ਕੀ ਫਰਕ ਪਊ? ਪਰ ਜਿਹੜੀ ਇੱਕ ਲੋਕਾਂ ਨੂੰ ਉਮੀਦ ਸੀ ਨਾ ਵੀ ਇਹ ਕੋਈ ਸੀਟ ਨਾ ਆਉਣਾ ਨਹੀਂ, ਮੈਨੂੰ ਇਹ ਵੀ ਉਹ ਆਊਟਕਮ ਨੂੰ ਕਿਸੇ ਤਰ੍ਹਾਂ ਫਰਕ ਪਾ ਦੇਣ, ਵੀ ਉਹਨਾਂ ਦਾ ਕੋਈ ਅਸਰ ਤਾਂ ਦਿਸੇ ਨਾ, ਵੀ ਐਤਕੀ ਚੋਣ ਤੇ ਉਹਦਾ ਅਸਰ। ਐਡੀ ਵੱਡੀ ਜੱਦੋਜਹਿਦ ਹੋਈ ਹੋਵੇ, ਹੈ ਨਾ, 750 ਬੰਦਾ ਸ਼ਹੀਦ ਵੀ ਹੋ ਗਿਆ, ਤੇ ਉਹਦੇ ਵਿੱਚੋਂ ਤੁਸੀਂ ਇਸ ਇੰਨੀ ਤਰਸਯੋਗ ਹਾਲਤ ਹੋ ਜੇ ਵੀ ਕੋਈ ਫਰਕ ਹੀ ਨਹੀਂ ਪੈ ਰਿਹਾ। ਇਹ ਸੋਚਣਾ ਚਾਹੀਦਾ ਬੰਦੇ ਨੇ। ਐਵੇਂ ਰਾਜੇਵਾਲ ਨੂੰ ਮੈਂ ਹੁਣ ਕਹਿਤਾ ਮਤਲਬ ਵੀ ਉਹ ਕਰਪਟ ਹੈ ਤੇ ਡਿਸਓਨੈਸਟ ਹੈ, ਪਰ ਇਹਦੇ ਨਾਲ ਮਸਲਾ ਹੱਲ ਥੋੜ੍ਹਾ ਹੁੰਦਾ ਹੈ। ਇਹ ਤਾਂ ਆਪਦੀ ਭਾਵਨਾ ਤਾਂ ਖਾਰਜ ਕਰ ਲੂ ਬੰਦਾ, ਮਨ ਹੌਲਾ ਕਰ ਲੂਗਾ। ਇਹਦੇ 'ਤੇ ਡਿਸਕਸ਼ਨ ਮੈਂ ਕਹਿਣਾ ਜਿਹੜਾ ਸਾਡਾ ਇੰਟਲੈਕਚੁਅਲ ਕਲਾਸ ਹੈ ਨਾ, ਜਿੰਨੀ ਬੰਕਰਪਟ ਹੋ ਚੁੱਕੀ ਹੈ, ਕਲਪਰੇਟ ਮੇਨ ਉਹ ਹੈ। ਕਿਤੇ ਹੋਈ ਹੈ ਡਿਬੇਟ ਇਹ ਵੀ ਯਾਰ ਕੀ ਬਣ ਰਿਹਾ ਹੈ, ਸੀਰੀਅਸ ਡਿਬੇਟ, ਮਤਲਬ ਕਿਵੇਂ ਬਗਲੀਆਂ ਚੁੱਕ ਕੇ ਮਤਲਬ ਨਾਲ ਉਹ ਖੜਕਾਉਂਦੇ ਤੁਰੇ ਫਿਰਦੇ ਨੇ। ਇਹ ਇੰਟਲੈਕਚੁਅਲ ਦਾ ਰੋਲ ਹੁੰਦਾ। ਇਹ ਮਸਲਿਆਂ ਨੂੰ ਡਿਸਕਸ ਨਹੀਂ ਕਰ ਰਹੇ ਵੀ ਕੀ ਹੋ ਰਿਹਾ ਹੈ। ਦੂਜੀ ਗੱਲ ਮਤਲਬ ਜਿਹੜਾ ਇਹ ਸਿਚੁਏਸ਼ਨ ਦੇ ਵਿੱਚ ਨਾ ਆਪਦੀਆਂ ਲਾਈਕਸ ਡਿਸਲਾਈਕਸ ਨੂੰ ਪਾਸੇ ਰੱਖ ਕੇ ਕੋਈ ਡਿਟੈਚਡ ਵਿਊ ਬਣਾਉਣਾ ਬਹੁਤ ਔਖਾ, ਖਾਸ ਕਰਕੇ ਮੇਰੇ ਵਰਗੇ ਬੰਦੇ ਨੂੰ ਜਿਹਦੀਆਂ ਇੰਨੀਆਂ ਸਟਰੋਂਗ ਕਮਿਟਮੈਂਟਸ ਹੋਣ। ਪਰ ਫਿਰ ਵੀ ਮੈਨੂੰ ਇਹ ਲੱਗਦਾ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਉਹਨੂੰ CM ਬਣਾਉਣ ਦਾ ਫੈਸਲਾ ਉਹਨਾਂ ਨੇ ਆਪਦੀਆਂ ਗਿਣਤੀਆਂ ਮਿਣਤੀਆਂ 'ਚੋਂ ਲਿਆ, ਇਹ 'ਚ ਕੋਈ ਰੌਲਾ ਨਹੀਂ।
ਵੀ ਉਹਨਾਂ ਦੀ ਕੋਈ ਬਹੁਤ ਦਲਿਤ ਸੈਕਸ਼ਨ ਨਾਲ ਕਮਿਟਮੈਂਟ ਹੋਵੇ, ਹੈ ਨਾ। ਪਰ ਕਈ ਵਾਰ ਆਪਦੀ ਕੰਪਲਸ਼ਨ 'ਚ ਕੋਈ ਚੁੱਕਿਆ ਕਦਮ ਕੋਈ ਇੰਪੈਕਟ ਵੱਡਾ ਛੱਡ ਜਾਂਦਾ ਹੈ। ਮੈਨੂੰ ਇਹ ਲੱਗਦਾ ਵੀ ਦਲਿਤ ਵਰਗ ਦੇ ਵਿੱਚ ਜਿਹੜਾ ਇੱਕ ਸੀ ਨਾ ਮਾਣ ਆਪਦੇ ਆਪ 'ਤੇ, ਉਹ ਜਾਗੂਗਾ। ਇਸ ਪੱਖੋਂ ਮੈਂ ਵੈਲਕਮ ਕਰਦਾ, ਮਤਲਬ ਇਸ ਪੱਖੋਂ, ਹੋਰ ਨਹੀਂ। ਬੰਦਾ ਉਹ ਕਰਪਟ, ਕਹਿੰਦੇ ਜਮੇਰ ਸਿੰਘ ਕਾਂਗਰਸੀ ਹੋ ਗਿਆ, ਹਾਂ ਤੁਹਾਡੇ ਵਿਰੋਧੀ ਕਹਿ ਮੈਂ ਦਿੰਦੇ। ਰਿਸਕ ਲੈ ਕੇ ਇਹ ਗੱਲ ਕਰਦਾ ਹੁਣ ਨਾ ਵੀ ਯਾਰ ਇਹੋ ਜਿਹੇ ਕੁਛ ਨਾ ਸਿੰਬੋਲਿਕ ਐਕਟ ਉਹਨਾਂ ਨੂੰ ਉੱਥੋਂ ਚੁੱਕਣ ਵਾਸਤੇ ਦਵੇ ਪੈਣ ਜਿੰਨੇ। ਤੂੰ ਕੱਲ ਜਿਹੜੀ ਸਾਰੀ ਬਾਡੀ ਲੈਂਗੁਏਜ ਇੱਕ ਚੰਨੀ ਦੀ, ਇੱਕ ਨਵਜੋਤ ਸਿੱਧੂ ਦੀ, ਉਹ ਪੜ੍ਹ ਕੱਲ ਦੇ ਫੰਕਸ਼ਨ ਤੇ, ਉਹ ਬੰਦਾ ਕਿੰਨੇ ਦਬਾਅ 'ਚ ਹੈ। ਉਹ ਆਪਣੇ ਆਪ 'ਚ ਸਪੀਕਸ ਵਾਲਿਊਮਸ। ਉਹਨਾਂ ਨੂੰ ਕੁਛ ਵੀ ਬਣਾ ਦਿਓ ਤੁਸੀਂ, ਬੰਦੇ ਦੱਬੇ ਕਿੰਨੇ ਪੈਣ, ਸਦੀਆਂ ਦੀ ਪਈ ਹੈ। ਇਹੋ ਜਿਹੇ ਕੋਈ ਸਟੈਪ ਜੇ ਲੈ ਲੈ ਕੇ ਚੱਲ, ਜੇ ਇੰਨੀ ਕੀ ਜਾਗਦੀ ਹੈ, 5% ਹੀ ਕੋਈ ਚੇਂਜ ਜੀ ਆਉਂਦੀ ਹੈ। ਹੁਣ ਇਸ ਗੱਲ ਤੇ ਸਾਡੇ ਬੰਦਿਆਂ ਦੀਆਂ ਇੰਨੀਆਂ ਸਟਰੋਂਗ ਵਿਊ ਬਣੇ ਪਏ ਨੇ ਕਾਸਟਿਸਟ। ਮੈਨੂੰ ਪਤਾ ਮੇਰੇ ਤੇ ਮਤਲਬ ਬੜਾ ਕੁਛ ਹੋਊ ਇਸ ਗੱਲ ਦੇ ਉੱਤੇ ਵੀ ਯਾਰ। ਮੈਨੂੰ ਇਹ ਵੀ ਪਤਾ ਕੋਈ ਦਲਿਤਾਂ ਦੀ ਉਹਨੇ ਮੁਕਤੀ ਨਹੀਂ ਕਰ ਦੇਣੀ। ਪਰ ਇਹ ਜਿਹੜਾ ਹੁੰਦਾ ਨਾ ਦਬਾਇਆ ਹੋਇਆ ਸੈਕਸ਼ਨ, ਅਨਪ੍ਰਿਵਿਲੇਜਡ, ਉਹਨੂੰ ਕਈ ਵਾਰ ਇਹ ਜਿਹੇ ਸਿੰਬੋਲਿਕ ਜੈਸਚਰ ਵੀ ਚਾਹੀਦੇ ਹੁੰਦੇ ਆ। ਮੈਂ ਤਾਂ ਇੰਨਾ ਕੀ ਵੈਲਕਮ ਕਰਦਾ, ਨਥਿੰਗ ਮੋਰ। ਨਵਜੋਤ ਸਿੱਧੂ ਬਾਰੇ ਇਹ ਹੈ ਵੀ ਉਹ ਕਰਪਟ ਨਹੀਂ, ਉਹੋ ਜਿਹੇ ਬੰਦੇ ਵੀ ਰਹਿਣ, ਹੈ ਨਾ। ਉਹ ਐਂਟੀ, ਉਹ ਪ੍ਰੋ ਸਿੱਖ ਨਹੀਂ ਹੋ ਸਕਦਾ। ਉਹਦੀਆਂ ਬੜੀਆਂ ਲਿਮੀਟੇਸ਼ਨਸ, ਉਹਦੀ ਆਈਡੀਓਲੋਜੀਕਲ, ਉਹਦੇ 'ਤੇ ਜਿੰਨਾ ਸਨਾਤਨੀ ਪ੍ਰਭਾਵ ਹੈ, ਜਿੰਨਾ ਉਹ ਨੈਸ਼ਨਲਿਸਟ ਹੈ। ਪਰ ਇਹਦੇ ਬਾਵਜੂਦ ਜਿੱਥੇ ਮੈਂ ਕਿਹਾ ਕੋਈ ਅੰਸ਼ਕ ਹੀ ਫਰਕ ਪਾ ਦੇ ਬੰਦਾ ਆ ਕੇ, ਮਾਫੀ ਹੀ ਭੰਨ ਦੇ, ਜੇ ਹੱਥ 'ਚ ਕਮਾਂਡ ਆ ਜੇ ਥੋੜ੍ਹੀ ਬਹੁਤੀ। ਸੋ ਇੰਨੀ ਕੁ ਗੱਲ ਆ, ਹੋਰ ਇਸ ਇਲੈਕਸ਼ਨ 'ਚੋਂ ਕੋਈ ਬਹੁਤੀ ਨਹੀਂ। ਧੰਨਵਾਦ ਅਜਮੇਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਤਾਂ ਸਨ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਦਾ ਕਹਿਣਾ ਕਿ 2022 ਦੀ ਚੋਣ ਆਸ ਵਾਲੀ ਚੋਣ ਨਹੀਂ ਹੈ, 2022 ਦੀ ਚੋਣ ਨਿਰਾਸ਼ ਕਰਨ ਵਾਲੀ ਚੋਣ ਆ।